ਉਹ ਮੇਰਾ ਮੰਨਣਾ ਕੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਜਿਹੜਾ ਮਰਜ਼ੀ ਆ ਜਾਏ ਚੋਰ ਹੀ ਆਉਣਾ ਕੀ ਲੈਣਾ। ਪਹਿਲਾਂ ਲੀਡਰ ਇਕੱਠੇ ਹੁੰਦੇ ਸੀ ਤੇ ਲੋਕ ਆਪਸ 'ਚ ਲੜਦੇ ਸੀ। ਹੁਣ ਮੈਨੂੰ ਲੱਗਦਾ ਕਿ ਲੋਕ ਸਿਆਣੇ ਹੋ ਗਏ ਵੀ ਜਿਹੜਾ ਮਰਜ਼ੀ ਆਈ ਜਾਵੇ, ਕਿਸੇ ਦੇ ਪਿੱਛੇ ਲੱਗ ਕੇ ਲੜਨਾ ਨਹੀਂ। ਜੋ ਜੀ ਆਵੇ ਸੋ ਰਾਜੀ ਜਾਵੇ, ਜਿਹੜਾ ਮਰਜ਼ੀ ਝੰਡਾ ਲਾ ਲੇ। ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਦੀ ਤਰੀਕ 'ਚ ਦੇਖੋ ਪੰਜਾਬ ਦੇ ਸਾਰੇ ਇਸ਼ੂਜ਼ ਹੀ ਖਤਮ ਹੋ ਗਏ। ਸੋਸ਼ਲ ਮੀਡੀਆ ਤੇ ਦੇਖੋ ਸਿੱਧੂ ਉਹਨੂੰ ਗਾਲਾਂ ਕੱਢ ਰਿਹਾ, ਉਹ ਸਿੱਧੂ ਨੂੰ ਗਾਲਾਂ ਕੱਢ ਰਿਹਾ, ਉਹ ਲੰਬੂ ਉਹ ਮਾਰ ਦਿਆਂਗੇ ਠੋਕ ਦਿਆਂਗੇ। ਲੋਕਾਂ ਦਾ ਧਿਆਨ ਜਿਹੜਾ ਮੁੱਦਿਆਂ ਤੋਂ ਭਟਕਾ ਦਿੱਤਾ ਗਿਆ। ਲੱਗਦਾ ਇਹ ਦੋਵੇਂ ਏਡੇ ਵੱਡੇ ਦਿੱਗਜ ਨੇ ਕਿ ਇਹਨਾਂ ਦੇ ਆਲੇ ਦੁਆਲੇ ਸਾਰੀ ਸਿਆਸਤ ਘੁੰਮ ਰਹੀ ਹੈ। ਨਿਆਂ ਮੈਂ ਕਿਸੇ ਨੂੰ ਪੁੱਛਾਂ ਨਾ ਵੋਟ ਕਿਹਨੂੰ ਪਾਉਣੀ ਹੈ ਤੇ ਉਹ ਦੱਸ ਹੀ ਨਹੀਂ ਰਿਹਾ। ਤੇ ਜਦੋਂ ਪ੍ਰਾਈਵੇਟ ਤੌਰ ਤੇ ਕਿਸੇ ਨੂੰ ਪੁੱਛਵਾਂਦੇ ਯਾਰ ਇਹ ਦੋਵੇਂ ਹੀ ਗੰਦੇ ਨੇ। ਗਿੱਦੜ ਦੀ ਮੌਤ ਆਉਂਦੀ ਹੈ ਨਾ ਤੇ ਉਹ ਸ਼ਹਿਰ ਵੱਲ ਨੂੰ ਭੱਜਦਾ। ਇਹ ਪਤਾ ਨਹੀਂ ਹੁਣ ਦੋਵਾਂ ਚੋਂ ਹੰਕਾਰ ਕਿਹਦਾ ਟੁੱਟਣਾ, ਕਿਤੇ ਦੋਵਾਂ ਦਾ ਵੀ ਟੁੱਟ ਸਕਦਾ ਕਿ ਲੋਕ ਦੋਵਾਂ ਤੋਂ ਇੰਨੇ ਔਖੇ ਨੇ। ਵਿਕਰਮ ਮਜੀਠੀਏ ਕਰਕੇ ਉਹ 1 ਲੱਖ ਵੋਟ ਤੇ ਹਾਰੇ। ਲੋਕ ਇਸ ਬੰਦੇ ਨੂੰ ਨਫ਼ਰਤ ਕਰਦੇ ਸੀ ਔਰ ਜੇਤਲੀ ਸਾਹਿਬ ਦੀਆਂ ਸਟੇਟਮੈਂਟ ਸੀਗੀਆਂ ਇਸ ਵਰਕ ਵਾਸਤੇ। ਜਦੋਂ ਲੋਕ ਸਿੱਧੂ ਦਾ ਵਿਕਰਮ ਨਾਲ ਕੰਪੈਰੀਜ਼ਨ ਕਰਦੇ ਨੇ ਨਾ, ਮਤਲਬ ਹੈ ਤੇ ਦੋਵੇਂ ਕਿ ਜਦੋਂ ਉਹਦੇ ਨਾਲ ਕੰਪੈਰੀਜ਼ਨ ਕਰਦੇ ਤੇ ਫਿਰ ਸਿੱਧੂ ਇੱਥੇ ਆ ਜਾਂਦਾ ਤੇ ਵਿਕਰਮ ਉਹ ਜ਼ਮੀਨ ਤੇ ਚਲੇ ਜਾਂਦੇ। ਖੇਡ ਰਹੇ ਸੀ ਤੇ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਵੀ ਸੀਪ ਖੇਡਦੇ ਖੇਡਦੇ ਸਾਰੇ ਪੰਜਾਬ ਦੀ ਸੀਪ ਨਾ ਲਾ ਦਿਓ ਕਿਤੇ। ਇਹਨਾਂ ਦੋਵਾਂ ਦੇ ਵਿੱਚ ਅਸਲ 'ਚ ਮੁਕਾਬਲਾ ਹੋਣਾ ਚਾਹੀਦਾ ਬੀਜੇਪੀ ਤੇ ਝਾੜੂ ਦੇ ਵਿੱਚ, ਕਿਉਂਕਿ ਪਿਛਲਿਆਂ ਨੂੰ ਤੇ ਤੁਸੀਂ 15 ਸਾਲ ਵੇਖ ਲਿਆ। ਤੇ ਜਦੋਂ ਗੱਲਾਂ ਲੌਜਿਕ ਨਾਲ ਕਰੋ ਨਾ, ਤੇ ਮੈਂ ਵਿਕਰਮ ਮਜੀਠੀਏ ਨੂੰ ਕਿਹਾ ਸੀਗਾ ਤੇਰੀ ਭੈਣ ਵੀ 10 ਸਾਲ ਬਾਅਦ ਪ੍ਰੈਸ ਕਾਨਫਰੰਸ ਕਰੇਗੀ। 2022 ਆ, 2032 'ਚ ਉਹ ਵੀ ਕਹੂਗੀ ਵੀ ਮੇਰਾ ਘਰ ਖਾ ਗਿਆ, ਸਾਡੇ ਪੱਲੇ ਕੱਖ ਨਹੀਂ ਰਿਹਾ। ਕੋਈ ਫੇਵਰ ਨਹੀਂ ਕਰ ਰਿਹਾ। ਮੈਂ ਦੋਵਾਂ ਨੂੰ ਕਹਿੰਦਾ ਸਪਸ਼ਟ ਨੇ ਦੋਵੇਂ ਸਟੇਟ ਤਬਾਹ ਕਰਨ ਵਾਲੇ ਆਦਮੀ ਨੇ। ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦੇਣ ਲੱਗਾ, ਜੇ ਤੂੰ ਜ਼ਿੰਦਗੀ 'ਚ ਸਿਆਸਤ 'ਚ ਕਾਮਯਾਬ ਹੋਣਾ ਤੇ ਭਰਾਵਾ ਆਪਣੀ ਘਰ ਦੀ ਨੌਕਰੀ ਫਿਰ ਲਵਾ ਦੇ। ਉਹ ਜਿੰਨਾ ਚਿਰ ਇੱਧਰ ਦਖਲ ਦਿੰਦੀ ਰਹੂਗੀ ਤੇਰਾ ਬੇੜਾ ਉਹਨੇ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਵਿਖੇ। ਅੰਮ੍ਰਿਤਸਰ ਈਸਟ ਹੈ ਜਿਹੜੀ ਸਭ ਤੋਂ ਹੌਟੈਸਟ ਸੀਟ ਮੰਨੀ ਜਾ ਰਹੀ ਹੈਗੀ ਹੈ ਤੇ ਇਸ ਸੀਟ ਦੇ ਇਲਾਵਾ ਹੋਰ ਵੀ ਜਿਹੜੇ, ਕਿਉਂਕਿ ਚੋਣਾਂ ਦਾ ਮਾਹੌਲ ਹੈ, ਸੋ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਨੇ ਪੰਜਾਬ ਦੇ, ਸੋ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮਨਦੀਪ ਮੰਨਾ ਜੀ ਮੰਨਾ ਜੀ ਮੌਜੂਦ ਨੇ, ਜੋ ਅਕਸਰ ਤੁਸੀਂ ਦੇਖੇ ਹੋਣਗੇ ਪੰਜਾਬ ਦੇ ਭਖਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ। ਸਮਾਜ ਸੇਵੀ ਨੇ, ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਵੱਧ ਤੋਂ ਵੱਧ ਉਹ ਸਪਰੈਡ ਕਰਦੇ ਅਕਸਰ ਨਜ਼ਰ ਆਉਂਦੇ ਨੇ। ਮੰਨਾ ਜੀ ਸਵਾਗਤ ਹੈ ਪਹਿਲਾਂ ਤਾਂ ਬਾਬੂਸ਼ਾਹੀ ਤੇ। ਧੰਨਵਾਦ ਜੀ, ਬਾਬੂਸ਼ਾਹੀ ਚੈਨਲ ਦਾ ਬਹੁਤ ਧੰਨਵਾਦ, ਮੈਨੂੰ ਆਪਣੀ ਗੱਲ ਰੱਖਣ ਦਾ, ਆਪਣੇ ਸਰੋਤਿਆਂ ਦੇ ਸਾਹਮਣੇ ਮੌਕਾ ਦਿੱਤਾ। ਬਹੁਤ ਧੰਨਵਾਦ ਤੁਹਾਡਾ। ਕਿਵੇਂ ਦੇਖ ਰਹੇ ਹੋ ਜੀ ਜਿਹੜੀਆਂ ਚੋਣਾਂ ਨੇ ਇਸ ਵਾਰ, ਤੇ ਅੰਮ੍ਰਿਤਸਰ ਈਸਟ ਤੇ ਨਿਗਾਹਾਂ ਟਿਕੀਆਂ ਨੇ ਪੂਰੇ ਪੰਜਾਬ ਦੇ ਲੋਕਾਂ ਦੀਆਂ। ਤੁਸੀਂ ਜਿੰਨਾ ਵਧੀਆ ਇਸ ਹਲਕੇ ਨੂੰ ਜਾਣਦੇ ਹੋ, ਮੈਨੂੰ ਨਹੀਂ ਲੱਗਦਾ ਕੋਈ ਜਾਣਦਾ ਹੋਊਗਾ ਜਿੰਨਾ ਤੁਸੀਂ ਡਿਟੇਲ 'ਚ ਦੱਸ ਸਕਦੇ ਹੋ। ਤੁਸੀਂ ਖੁਦ ਇੱਥੋਂ ਚੋਣ ਆ ਜਿਹੜੀ ਲੜੀ ਹੈਗੀ ਹੈ, ਪਹਿਲਾਂ ਤਾਂ ਇੱਥੋਂ ਦਾ ਦੱਸੋ, ਇੱਥੋਂ ਦਾ ਮਾਹੌਲ ਕੀ ਲੱਗ ਰਿਹਾ ਜੀ? ਦੇਖੋ ਤੁਸੀਂ ਅੰਮ੍ਰਿਤਸਰ ਕਦੋਂ ਦੇ ਆਏ ਹੋ? ਤੁਸੀਂ ਕੱਲ ਆਏ। ਕੱਲ੍ਹ ਦੇ ਆਏ ਹੋ। ਮਤਲਬ ਤੁਸੀਂ ਦੇਖੋ ਜਦੋਂ ਪਿਛਲੀਆਂ ਚੋਣਾਂ ਹੁੰਦੀਆਂ ਸੀ ਨਾ, ਮਤਲਬ ਅੱਜ ਤੋਂ 4-5 ਸਾਲ ਪਹਿਲਾਂ, ਮੰਨ ਲਓ ਜੇ 2017 ਦੇ ਵਿੱਚ ਵੀ ਹੋਈਆਂ ਸੀਗੀਆਂ, ਤੇ ਲੋਕਾਂ 'ਚ ਬਹੁਤ ਜ਼ਿਆਦਾ ਤੁਹਾਨੂੰ ਉਤਸ਼ਾਹ ਦੇਖਣ ਨੂੰ ਮਿਲਦਾ ਸੀਗਾ। ਕਿਤੇ ਲੋਕਾਂ ਦੇ ਵਿੱਚ ਕੋਈ ਕਰੇਜ਼, ਕੋਈ ਕਿਉਰਿਓਸਿਟੀ ਤੁਹਾਨੂੰ ਨਜ਼ਰ ਨਹੀਂ ਆ ਰਹੀ। ਉਹ ਮੇਰਾ ਮੰਨਣਾ ਕੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਜਿਹੜਾ ਮਰਜ਼ੀ ਆ ਜਾਏ ਚੋਰ ਹੀ ਆਉਣਾ ਕੀ ਲੈਣਾ, ਮਤਲਬ ਦੇਖਾਂਗੇ ਵੋਟ ਕਿੱਥੇ ਪਾਉਣੀ ਆ। ਦੂਜਾ ਅੱਜ ਤੁਹਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲੀ, ਮੈਂ ਵੀ ਹੁਣੇ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀਗਾ ਕਿ ਇੱਕ ਘਰ ਦੇ ਉੱਤੇ 3-3 ਝੰਡੇ ਲੱਗੇ ਨੇ। ਤੁਹਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੋਏਗਾ ਕਿ ਸੇਮ ਅਕਾਲੀ ਦਲ ਦਾ, ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ। ਮਤਲਬ ਉਹਦੇ ਵਿੱਚ ਮੈਨੂੰ ਇਹ ਖੁਸ਼ੀ ਹੋਈ ਹੈ ਵੇਖ ਕੇ। ਮੈਨੂੰ ਇਸ ਕਰਕੇ ਵਧੀਆ ਲੱਗਾ ਕਿ ਪਹਿਲਾਂ ਲੀਡਰ ਇਕੱਠੇ ਹੁੰਦੇ ਸੀ ਤੇ ਲੋਕ ਆਪਸ 'ਚ ਲੜਦੇ ਸੀ। ਹੁਣ ਮੈਨੂੰ ਲੱਗਦਾ ਕਿ ਲੋਕ ਸਿਆਣੇ ਹੋ ਗਏ ਵੀ ਜਿਹੜਾ ਮਰਜ਼ੀ ਆਈ ਜਾਵੇ, ਕਿਸੇ ਦੇ ਪਿੱਛੇ ਲੱਗ ਕੇ ਲੜਨਾ ਨਹੀਂ। ਜੋ ਜੀ ਆਵੇ ਸੋ ਰਾਜੀ ਜਾਵੇ, ਜਿਹੜਾ ਮਰਜ਼ੀ ਝੰਡਾ ਲਾ ਲੇ। ਇਹ ਬੜਾ ਵਧੀਆ ਮਤਲਬ ਮੈਸੇਜ ਹੈ। ਉਹ ਲੋਕ ਕਿਸੇ ਨੂੰ ਦੱਸ ਨਹੀਂ ਰਹੇ ਕਿ ਅਸੀਂ ਵੋਟ ਕਿਹਨੂੰ ਪਾਉਣੀ, ਔਰ ਵੋਟ ਦਾ ਅਧਿਕਾਰ ਵੀ ਇਸੇ ਤਰੀਕੇ ਹੋਣਾ ਚਾਹੀਦਾ। ਇੱਕ ਸਿੰਗਲ ਅਪੀਲ ਮੈਂ ਹੁਣ ਤੱਕ ਇਹ ਨਹੀਂ ਕੀਤੀ ਕਿ ਫਲਾਣੀ ਪਾਰਟੀ ਚੰਗੀ ਹੈ ਉਹਨੂੰ ਵੋਟਾਂ ਪਾਈਆਂ ਜਾਣ, ਕਿਉਂਕਿ ਮੇਰਾ ਇਹ ਮੰਨਣਾ ਹੈ, ਮੈਂ ਤਾਂ 5 ਸਾਲ ਤੋਂ ਇਹ ਲੜਾਈ ਲੜਦਾ ਕਿ ਵੋਟ ਤੁਹਾਡਾ ਇੱਕ ਮਤਲਬ ਫੰਡਾਮੈਂਟਲ ਰਾਈਟ ਹੈ। ਤੁਸੀਂ ਕਿਸੇ ਨੂੰ ਨਾ ਤੁਹਾਨੂੰ ਕੋਈ ਕਵੇ ਕਿਹਨੂੰ ਪਾਉਣੀ ਹੈ, ਇੱਥੋਂ ਤੱਕ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਵੀ ਤੁਹਾਨੂੰ ਨਾ ਕਵੇ, ਤੇ ਫਿਰ ਤੁਸੀਂ ਸਹੀ ਜਿਹੜਾ ਡੈਮੋਕ੍ਰੇਸੀ ਨੂੰ ਉਹਦਾ ਅਹੁਦੇ 'ਤੇ ਬਿਠਾਉਣ ਲਈ ਉਹਦਾ ਜਿਹੜਾ ਮਾਪਦੰਡ ਤੈਅ ਕਰ ਸਕਦੇ ਹੋ। ਔਰ ਦੂਜੀ ਚੀਜ਼ ਤੁਸੀਂ ਦੇਖੋ, ਇਹ ਹੌਟ ਸੀਟ ਜਿਹਦੇ ਕਰਕੇ ਸਾਰਾ ਇੱਥੇ ਮੀਡੀਆ ਵੀ ਢੁੱਕ ਰਿਹਾ, ਸਾਰਾ ਕੁਝ ਹੈ, ਈਸਟ ਹਲਕਾ ਜਿੱਥੇ ਮਿਸਟਰ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਲੜ ਰਹੇ ਨੇ। ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਦੀ ਤਰੀਕ 'ਚ ਦੇਖੋ ਪੰਜਾਬ ਦੇ ਸਾਰੇ ਇਸ਼ੂਜ਼ ਹੀ ਖਤਮ ਹੋ ਗਏ। ਕੀ ਬੇਅਦਬੀ, ਕੀ ਨਸ਼ਾ, ਕੀ ਬੱਚਿਆਂ ਦੀਆਂ ਨੌਕਰੀਆਂ, ਕੀ ਮੋਬਾਈਲ ਫੋਨ, ਕੀ ਪੜ੍ਹਾਈ, ਕੀ ਤੁਹਾਡਾ ਮੈਡੀਕਲ ਸੇਵਾਵਾਂ, ਕੀ ਤੁਹਾਡੀਆਂ ਸੋਸ਼ਲ ਸਰਵਿਸਿਜ਼, ਸਾਰੀਆਂ ਉਸ ਹੌਟ ਸੀਟ ਦੇ ਥੱਲੇ ਦੱਬ ਕੇ ਰਹਿ ਗਈਆਂ। ਕਿ ਸੋਸ਼ਲ ਮੀਡੀਆ ਤੇ ਦੇਖੋ ਸਿੱਧੂ ਉਹਨੂੰ ਗਾਲਾਂ ਕੱਢ ਰਿਹਾ, ਉਹ ਸਿੱਧੂ ਨੂੰ ਗਾਲਾਂ ਕੱਢ ਰਿਹਾ, ਉਹ ਲੰਬੂ ਉਹ
ਮਾਰ ਦਿਆਂਗੇ ਠੋਕ ਦਿਆਂਗੇ। ਲੋਕਾਂ ਦਾ ਧਿਆਨ ਜਿਹੜਾ ਮੁੱਦਿਆਂ ਤੋਂ ਭਟਕਾ ਦਿੱਤਾ ਗਿਆ ਔਰ ਸਾਰੇ ਹੀ ਸਿਰੇ ਦੇ ਚੋਰ ਨੇ। ਮਤਲਬ ਕੰਮ ਤੇ ਕੋਈ ਵੀ ਨਹੀਂ ਕੀਤਾ, ਨਾ ਉਹਨਾਂ ਪਿਛਲੇ 10 ਸਾਲ ਕੀਤਾ, ਨਾ ਇਹਨਾਂ ਪਿਛਲੇ 5 ਸਾਲ ਕੀਤਾ। ਔਰ ਲੋਕਾਂ ਦਾ ਰੁਝਾਨ ਸਿਰਫ ਇਹ ਦੇਖਣ 'ਚ ਹੈ। ਬਿਕਰਮ ਨੇ ਆਹ ਕਹਿਤਾ, ਸਵੇਰੇ ਅਖਬਾਰਾਂ ਦੀਆਂ ਵੀ ਸੁਰਖੀਆਂ ਬਣ ਰਹੀਆਂ, ਬਾਕੀ ਮੁੱਦੇ ਕਿੱਥੇ ਗਏ ਯਾਰ? ਲੋਕ ਇੰਨੀ ਮਤਲਬ ਸਮਝ ਨਹੀਂ ਰੱਖਦੇ, ਉਹਨਾਂ ਨੂੰ ਉਹਦੇ ਉੱਤੇ ਵਿਚਾਰ ਕਰਨਾ ਚਾਹੀਦਾ, ਉਹਦੇ ਉੱਤੇ ਚਰਚਾ ਕਰਨੀ ਚਾਹੀਦੀ ਆ। ਔਰ ਦੇਖਣ ਨੂੰ ਕੁਝ ਵੀ ਨਹੀਂ ਮਿਲ ਰਿਹਾ ਔਰ ਇਹ ਕੋਈ ਚੰਗੇ ਸੰਕੇਤ ਨਹੀਂ ਦੋਵਾਂ ਵਾਸਤੇ। ਜੇ ਤੁਸੀਂ ਗੱਲ ਵੀ ਕਰਦੇ ਹੋ ਤੇ ਤੁਸੀਂ ਕਮ ਸੇ ਕਮ ਇਹ ਕਹੋ ਕਿ ਤੇਰੀਆਂ ਆਹ ਕਤਾਈਆਂ ਰਹੀਆਂ, ਤੁਸੀਂ ਆਹ ਨਹੀਂ ਕੀਤਾ 5 ਸਾਲ। ਇਹ ਚੀਜ਼ਾਂ ਤੁਸੀਂ ਲੋਕਾਂ ਦੇ ਸਾਹਮਣੇ ਲਿਆਓ ਤੇ ਕੋਈ ਮੰਨਣ ਚਾਹੁੰਦਾ। ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣੀਆਂ ਕਿ 6 ਫੁੱਟ ਦਾ ਕਾਂ ਟੰਗਣਾ, ਇਹ ਟੰਗਣਾ, ਬੌਣਾ ਟੰਗਣਾ, ਲੰਮਾ ਟੰਗਣਾ, ਕੀ ਫਾਇਦਾ ਇਹਨਾਂ ਚੀਜ਼ਾਂ ਦੇ ਨਾਲ? ਕੀ ਤੁਸੀਂ ਦੇਖੋ ਲੋਕਾਂ ਦਾ ਸਾਰਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕ ਥੋੜੇ ਸਿਆਣੇ ਬਣਨ। ਇਹ ਮੀਡੀਆ ਨੂੰ ਵੀ ਚਾਹੀਦਾ ਕਿ ਪੰਜਾਬ ਦੇ ਹੋਰ ਮੁੱਦਿਆਂ ਦੇ ਉੱਤੇ ਵੀ ਚਰਚਾ ਕਰੇ। ਹੋਰ ਵੀ ਜਿਹੜਾ ਰਿਪੋਰਟ ਕਾਰਡ ਹੈ ਉਹ ਦੇਖਣਾ ਚਾਹੀਦਾ ਇਹਦੇ ਉੱਤੇ। ਇੱਕ ਮੰਨਾ ਜੀ, ਜਿਵੇਂ ਇਸ ਸੀਟ ਦੀ ਗੱਲ ਹੀ ਕਰੀਏ ਤਾਂ ਬਿਕਰਮ ਮਜੀਠੀਆ ਜਾਂ ਨਵਜੋਤ ਸਿੱਧੂ, ਇਹ ਦੋ ਨਾਮਾਂ ਤੇ ਹੀ ਚਰਚਾ ਹੋ ਰਹੀ ਹੈਗੀ ਹੈ। ਹੋਰ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਕੰਟੈਸਟ ਕਰ ਰਹੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਹੋਰ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਨੇ, ਉਹਨਾਂ ਦੀ ਗੱਲ ਕਿਉਂ ਨਹੀਂ ਹੋ ਰਹੀ? ਕੀ ਲੱਗਦਾ ਇਹ ਦੋਵੇਂ ਏਡੇ ਵੱਡੇ ਦਿੱਗਜ ਨੇ ਕਿ ਇਹਨਾਂ ਦੇ ਆਲੇ ਦੁਆਲੇ ਸਾਰੀ ਸਿਆਸਤ ਘੁੰਮ ਰਹੀ ਹੈ? ਦੇਖੋ, ਨਵਜੋਤ ਸਿੰਘ ਸਿੱਧੂ ਸੈਲੀਬ੍ਰਿਟੀ ਹੈ, ਠੀਕ ਹੈ ਨਾ। ਉਹਨੂੰ ਸਿਆਸੀ ਤੌਰ ਤੇ ਮੈਂ ਕੋਈ ਸਿਆਸੀ ਕੱਦ ਨਹੀਂ ਉਹਨਾਂ ਦਾ ਗਿਣਦਾ, ਕਿਉਂਕਿ ਬੜੇ ਮੌਕਾ ਪ੍ਰਸਤ ਜੇ ਤੇ ਆਪਣੇ ਕੱਦ ਦੀ ਖੱਟੀ ਖਾਣ ਵਾਲੇ ਨੇ। ਇੱਕ ਤੇ ਉਹਨਾਂ ਵੱਲ ਲੋਕਾਂ ਦਾ ਧਿਆਨ ਖਿੱਚਣਾ ਸੁਭਾਵਕ ਹੈ। ਤੁਸੀਂ ਇੱਥੇ ਵੀ ਦੇਖੋ, ਲੋਕ ਕਹਿਣਗੇ ਸਿੱਧੂ ਇੱਥੇ ਵੜਿਆ ਨਹੀਂ। ਹੁਣੇ ਹੀ ਉਹ ਇਸੇ ਬਾਗ ਦੇ ਵਿੱਚ ਐਂਟਰੀ ਮਾਰੇ ਤੇ ਅੱਧੀ ਦੁਨੀਆ ਉਹਦੇ ਨਾਲ ਫੋਟੋਜ਼ ਕਰਾਉਣ ਲਈ ਤਿਆਰ ਹੋ ਜੂਗੀ। ਬਿਕਰਮ ਮਜੀਠੀਆ ਉਸੇ ਤਰੀਕੇ ਅਕਾਲੀ ਦਲ ਦਾ ਬੜਾ ਵੱਡਾ ਚਿਹਰਾ ਹੈ। ਲੋਕੀ ਮਤਲਬ ਹਜੂਮ ਤੁਹਾਨੂੰ ਉਹਨਾਂ ਨਾਲ ਕਿੰਨੇ ਦਿਸ ਰਹੇ ਨੇ। ਔਰ ਨਿਆਂ, ਮੈਂ ਕਿਸੇ ਨੂੰ ਪੁੱਛਾਂ ਨਾ ਵੋਟ ਕਿਹਨੂੰ ਪਾਉਣੀ ਹੈ ਤੇ ਉਹ ਦੱਸ ਹੀ ਨਹੀਂ ਰਿਹਾ। ਤੇ ਜਦੋਂ ਪ੍ਰਾਈਵੇਟ ਤੌਰ ਤੇ ਕਿਸੇ ਨੂੰ ਪੁੱਛਵਾਂਦੇ, ਯਾਰ ਇਹ ਦੋਵੇਂ ਹੀ ਗੰਦੇ ਨੇ। ਤੁਸੀਂ ਯਾਰ ਇਹਨਾਂ ਦੋਵਾਂ ਦਾ ਚਿਹਰਾ ਐਡਾ ਵੱਡਾ ਤੁਸੀਂ ਇਸ ਤਰੀਕੇ ਪੇਸ਼ ਕਰ ਰਹੇ ਹੋ। ਮੈਂ ਲੋਕਾਂ ਨੂੰ ਪੁੱਛਦਾ ਕਿ ਯਾਰ ਤੁਸੀਂ ਇਹ ਤੇ ਦੇਖੋ, ਇਹਨਾਂ ਦੇ 15 ਸਾਲਾਂ 'ਚ ਕੰਮ ਕੀ ਰਹੇ ਨੇ। ਮਤਲਬ ਬਿਕਰਮ ਮਜੀਠੀਆ ਇੱਥੇ ਆਉਂਦੇ ਨੇ, ਉਹਦਾ ਕੀ ਹੈ? ਮਜੀਠੇ ਤੋਂ ਉਹਦੀ ਸੇਫ ਸੀਟ ਸੀਗੀ, ਉੱਥੇ ਆਪਣੀ ਵਾਈਫ ਨੂੰ ਖੜੀ ਕੀਤਾ ਤੇ ਇੱਥੋਂ ਆਪ ਖੜਾ ਹੋ ਗਿਆ। ਲੋਕਾਂ 'ਚ ਮੈਸੇਜ ਪਹੁੰਚਾ ਰਹੇ ਨੇ ਕਿ ਮੈਂ ਤਾਂ ਈਵਨ ਕਿ ਵੱਡੇ ਬਾਦਲ ਸਾਹਿਬ ਨਹੀਂ ਐਡੀ ਕੁਰਬਾਨੀ ਕਰਦੇ ਸੀ, ਉਹ ਕਦੇ ਲੰਬੀ ਨਹੀਂ ਛੱਡਦੇ ਸੀਗੇ, ਕੈਪਟਨ ਸਾਹਿਬ ਨਹੀਂ ਪਟਿਆਲਾ ਛੱਡਦੇ ਸੀ, ਮੈਂ ਤਾਂ ਐਡੀ ਕੈਲਕੂਲੇਸ਼ਨਾਂ 'ਚ ਨਾ ਪੈ ਕੇ ਐਡਾ ਵੱਡਾ ਰਿਸਕ ਲਿਆ, ਮੈਂ ਤਾਂ ਮਜੀਠਾ ਸੀਟ ਛੱਡਤੀ, ਮੈਂ ਤਾਂ ਅੰਮ੍ਰਿਤਸਰ ਈਸਟ ਆ ਗਿਆ। ਦੇਖੋ, ਮੈਂ ਪੰਜਾਬੀ 'ਚ ਕਹਿ ਲਾਂ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ ਤੇ ਉਹ ਸ਼ਹਿਰ ਵੱਲ ਨੂੰ ਭੱਜਦਾ। ਇਹ ਪਤਾ ਨਹੀਂ ਹੁਣ ਦੋਵਾਂ 'ਚੋਂ ਹੰਕਾਰ ਕਿਹਦਾ ਟੁੱਟਣਾ, ਕਿਤੇ ਦੋਵਾਂ ਦਾ ਵੀ ਟੁੱਟ ਸਕਦਾ ਕਿ ਲੋਕ ਦੋਵਾਂ ਤੋਂ ਇੰਨੇ ਔਖੇ ਨੇ। ਕੀ ਸੀਟ ਛੱਡੀ ਬਿਕਰਮ ਮਜੀਠੀਆ ਨੇ? ਉੱਥੋਂ ਆਪਣੀ ਵਾਈਫ ਨੂੰ ਇਲੈਕਸ਼ਨ ਲੜਾ ਰਿਹਾ। ਜੇ ਤੇਰੇ 'ਚ ਇੰਨਾ ਦਮ ਸੀਗਾ, ਇਹ ਮੈਂ ਹੀ ਪਹਿਲੇ ਦਿਨ ਬੋਲਿਆ ਸੀਗਾ ਕਿ ਸਿੱਧੂ ਮਾੜਾ, ਤੂੰ ਆਪਾਂ ਵੀ ਸਿੱਧੂ ਨੂੰ ਕਹਿੰਦੇ ਕਿ ਆਪਣੇ ਪਿਓ ਦੀਆਂ ਸਹੁੰਆਂ ਖਾਂਦਾ ਹੈ, ਭਗਵੰਤ ਸਿੰਘ ਦਾ ਮੁੰਡਾ ਹੀ ਨਹੀਂ। ਮੈਂ ਬਿਕਰਮ ਮਜੀਠੀਆ ਨੂੰ ਕਿਹਾ ਸੀ, ਜੇ ਤੂੰ ਚੰਗੀ ਨਸਲ ਦਾ ਨਾ ਫਿਰ ਇੱਕ ਸੀਟ ਲੜ। ਔਰ ਡਰਾਮਾ ਕੀ ਕੀਤਾ ਗਿਆ, ਉੱਥੋਂ ਵਾਈਫ ਨੂੰ ਮਤਲਬ ਪੇਪਰ ਭਰਾ ਦਿੱਤੇ ਤੇ ਇੱਥੋਂ ਆਪ। ਫਿਰ ਕੀ ਗੱਲ, ਅਕਾਲੀ ਦਲ ਦੇ ਵਰਕਰ ਸਾਰੇ ਮਰ ਗਏ ਸੀਗੇ? ਕਿਸੇ ਵਰਕਰ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ? ਕਿਉਂਕਿ ਉਹਨੂੰ ਵੀ ਪਤਾ ਕਿ ਇੱਥੋਂ ਮੇਰੀ ਛੇਤੀ ਦਾਲ ਗਲਣ ਵਾਲੀ ਨਹੀਂ, ਜੋ ਉਹਦੀ ਰੈਪੂਟੇਸ਼ਨ ਹੈ ਸ਼ਹਿਰ ਦੇ ਵਿੱਚ। ਇਸ ਕਰਕੇ ਵਾਈਫ ਨੂੰ ਉੱਥੋਂ ਟਿਕਟ ਦਿੱਤੀ ਗਈ ਕਿ ਕੱਲ ਨੂੰ ਜੇ ਮੈਂ ਇੱਥੋਂ ਹਾਰ ਵੀ ਜਾਵਾਂ ਤੇ ਜੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ, ਉਹਨੇ ਅਸਤੀਫਾ ਨਹੀਂ ਸੀ ਦੇਣਾ ਐਮਐਲਏ ਦੀ ਸੀਟ ਤੋਂ। ਅਸਤੀਫਾ ਉਹਨੇ ਇੱਕ ਸ਼ਰਤ ਤੇ ਦੇਣਾ ਸੀ, ਜਾਂ ਤੇ ਅਕਾਲੀ ਦਲ ਦੀ ਸਰਕਾਰ ਬਣਦੀ, ਕਿਉਂਕਿ ਫਿਰ ਤੁਹਾਡਾ ਦਬਾਅ ਵੀ ਬਣ ਜਾਂਦਾ ਤੇ ਦੂਜਾ ਤੁਸੀਂ ਉਹਨੂੰ ਕੋਈ ਉੱਚ ਅਹੁਦਾ ਵੀ ਦੇ ਸਕਦੇ ਹੋ। ਅਸਤੀਫਾ ਕਿਸੇ ਨੇ ਨਹੀਂ ਸੀ ਦੇਣਾ, ਇਸ ਕਰਕੇ ਉਹ ਸੀਟ ਆਪਣੇ ਘਰ 'ਚ ਹੀ ਰੱਖੀ। ਔਰ ਦੂਜੀ ਚੀਜ਼ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ ਕਿ ਜਦੋਂ ਇੱਥੋਂ ਅਰੁਣ ਜੇਤਲੀ ਇਲੈਕਸ਼ਨ ਲੜਦੇ ਨੇ ਔਰ ਅਖਬਾਰਾਂ ਦੀਆਂ ਖਬਰਾਂ ਸੀਗੀਆਂ, ਚੈਨਲਸ ਦੀਆਂ ਖਬਰਾਂ ਸੀਗੀਆਂ ਕਿ ਬਿਕਰਮ ਮਜੀਠੀਏ ਕਰਕੇ ਉਹ 1 ਲੱਖ ਵੋਟ ਤੇ ਹਾਰੇ, ਲੋਕ ਇਸ ਬੰਦੇ ਨੂੰ ਨਫ਼ਰਤ ਕਰਦੇ ਸੀਗੇ। ਔਰ ਜੇਤਲੀ ਸਾਹਿਬ ਦੀਆਂ ਸਟੇਟਮੈਂਟ ਸੀਗੀਆਂ, ਸਵਰਗਵਾਸੀ ਜੇਤਲੀ ਸਾਹਿਬ ਦੀਆਂ, ਕਿ ਬਿਕਰਮ ਮਜੀਠੀਏ ਦੀ ਸ਼ਹਿਰ 'ਚ ਐਂਟਰੀ ਨਾ ਕਰਾਓ, ਇਹ ਪਿੰਡਾਂ 'ਚ ਹੀ ਪ੍ਰਚਾਰ ਕਰੇ, ਸ਼ਹਿਰਾਂ ਦੇ ਵਿੱਚ ਲੋਕ ਇਹਨੂੰ ਪਸੰਦ ਨਹੀਂ ਕਰਦੇ। ਤੇ ਉਸ ਤੋਂ ਬਾਅਦ ਇਹ ਬਿਕਰਮ ਮਜੀਠੀਆ ਦੁੱਧ ਧੋਤਾ ਹੋ ਗਿਆ। ਹੁਣ ਦੇਖੋ, 5000 ਡਰੱਗ ਦਾ ਜਿਹੜਾ ਕਰੋੜ ਦਾ ਡਰੱਗ ਰੈਕਟ ਹੈ, ਉਹਦੇ ਵਿੱਚ ਬੰਦਾ ਬੇਲ ਲੈ ਕੇ ਆਉਂਦਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਡੇ ਆਂਢ ਗੁਆਂਢ ਕਿਸੇ ਬੱਚੇ ਕੋਲੋਂ 20-25 ਗ੍ਰਾਮ ਸਮੈਕ ਵੀ ਫੜੀ ਜਾਵੇ 10-20 ਹਜ਼ਾਰ ਦੀ, ਉਹਦੇ ਉੱਤੇ ਕੇਸ ਰਜਿਸਟਰਡ ਹੋ ਜੇ, ਮੈਨੂੰ ਨਹੀਂ ਪਤਾ ਕਿ ਉਹ ਕੇਸ ਜਾਲੀ ਹੈ, ਮੈਨੂੰ ਨਹੀਂ ਪਤਾ ਉਹ ਕੇਸ ਸੱਚਾ ਹੈ। ਤੁਸੀਂ ਤੇ ਆਪਣੇ ਮਨ ਦੇ ਵਿੱਚ ਇੱਕ ਧਾਰਨਾ ਬਣਾ ਲੈਂਦੇ ਹੋ ਨਾ ਵੀ ਯਾਰ ਇਹ ਕੰਮ ਹੀ ਇਹੋ ਕਰਦਾ ਹੋਣਾ, ਜੇ ਇਹਦੇ ਘਰ 'ਚ ਨਵਾਂ ਟੀਵੀ ਆਇਆ ਤੇ ਇਸੇ ਕਰਕੇ ਆਇਆ ਹੋਣਾ, ਨਵੀਂ ਗੱਡੀ ਆਈ ਤੇ ਇਸੇ ਕਰਕੇ ਆਈ ਹੋਣੀ ਆ, ਨਵਾਂ ਫ੍ਰਿਜ ਆਇਆ। ਤੇ ਇੱਕ ਬੰਦਾ ਯਾਰ 5000 ਕਰੋੜ ਦੇ ਵਿੱਚ ਉਹ ਬੇਲ ਆਊਟ ਹੋਇਆ ਹੈ ਨਾ, ਸ਼ਰਤਾਂ ਦੇ ਉੱਤੇ ਉਹਨੂੰ ਬੇਲ ਦਿੱਤੀ ਗਈ ਕਿ ਤੇਰੀ ਹਾਜ਼ਰੀ ਵੀ ਚਾਹੀਦੀ ਆ, ਤੇਰੀ ਲੋਕੇਸ਼ਨ ਵੀ, ਮਤਲਬ ਜਿਹੜੀ ਜਿੰਨੇ ਵੀ ਤੇਰੇ ਤੇ ਪਰਚਾ ਦਿੱਤਾ ਉਹ ਟੀਮ ਕੋਲ ਚਾਹੀਦੀ ਆ, ਸਿੱਟ ਕੋਲ। ਇਹਨਾਂ ਸ਼ਰਤਾਂ ਦੇ ਉੱਤੇ ਉਹ ਬੇਲ ਲੈ ਕੇ ਆਇਆ ਹੋਵੇ ਤੇ ਲੋਕ ਦੇ ਗੱਲ 'ਚ ਸਿਹਰੇ ਪਾ ਰਹੇ। ਇੱਥੋਂ ਤੁਸੀਂ ਲੋਕਾਂ ਦੀ ਮਨੋਦਸ਼ਾ ਤੇ ਮਾਨਸਿਕਤਾ ਸੋਚ ਸਕਦੇ ਹੋ ਨਾ। ਮੈਂ ਨਹੀਂ ਕਹਿੰਦਾ ਉਹ ਦੋਸ਼ੀ ਹੈ ਤੇ ਮੈਂ ਵੀ ਨਹੀਂ ਕਹਿੰਦਾ ਉਹ ਬਰੀ ਹੋ ਗਿਆ, ਉਹਦੀ ਵੇਟ ਤੇ ਕਰੋ ਨਾ। ਸਿਰਫ ਆਪਣੇ ਆਪ ਨੂੰ ਉਹ ਸਾਫ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਪੁੱਛਣਾ ਚਾਹੁੰਦਾ ਕੀ ਸਾਫ਼ ਹੈ? ਇੱਕ ਦਿਨ ਉਹਨਾਂ ਦੇ ਭੈਣ ਜੀ ਸਟੇਟਮੈਂਟ ਦਿੰਦੇ ਨੇ, ਮਾਣਯੋਗ ਸਾਡੇ ਹਰਸਿਮਰਤ ਬਾਦਲ ਜੀ, ਕਿ ਮੇਰੇ ਭਰਾ ਨੇ ਜਰਾ ਜਿੰਨਾ ਵੀ ਨਸ਼ਾ ਵੇਚਿਆ ਹੋਵੇ ਤੇ ਸਾਡਾ ਕੱਖ ਨਾ ਰਵੇ। ਤੇ ਮੈਂ ਹਰਸਿਮਰਤ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਭੈਣ ਜੀ,
ਕਿ 1% ਵੀ ਨਸ਼ਾ ਤੇਰੇ ਭਰਾ ਨੇ ਨਹੀਂ ਵੇਚਿਆ। ਅਸੀਂ ਕਦੋਂ ਕਹਿੰਦੇ ਵੀ ਤੇਰਾ ਭਰਾ ਗਲੀਆਂ ਦੇ ਵਿੱਚ ਮੋਟਰਸਾਈਕਲ ਦੇ ਮਗਰ ਬਹਿ ਕੇ ਕੋਈ ਪੁੜੀਆਂ ਸਪਲਾਈ ਕਰਦਾ ਰਿਹਾ? ਅਸੀਂ ਕਦੋਂ ਕਹਿੰਦੇ ਵੀ ਤੇਰਾ ਭਰਾ ਕੋਈ ਪੈਕਟ ਸੁੱਟ ਕੇ ਆਉਂਦਾ ਰਿਹਾ? ਤੁਸੀਂ ਇਸ ਚੀਜ਼ ਦੀ ਸਹੁੰ ਵੀ ਖਾਓ ਨਾ ਹਰਸਿਮਰਤ ਜੀ, ਕਿ ਜਿਨ੍ਹਾਂ ਲੋਕਾਂ ਨੇ ਨਸ਼ਾ ਵੇਚਿਆ ਤੇਰੇ ਭਰਾ ਨੇ ਉਹਨਾਂ ਦੀ ਪੁਸ਼ਤ ਪਨਾਹੀ ਨਹੀਂ ਕੀਤੀ, ਤੇਰੇ ਭਰਾ ਦੀ ਉਹਨਾਂ ਨੂੰ ਸ਼ਹਿ ਨਹੀਂ ਰਹੀ। ਜੇ ਕੋਈ ਬੰਦਾ ਤੁਹਾਡੇ ਕੋਲ ਫੰਡ ਲੈ ਕੇ ਆਉਂਦਾ ਸੀ, ਉਹ ਨਸ਼ੇ ਦਾ ਕਾਰੋਬਾਰ ਕਰਦਾ ਸੀ, ਤੁਸੀਂ ਉਹਨੂੰ ਸਿਕਿਉਰਿਟੀ ਦਿੱਤੀ, ਤੁਸੀਂ ਉਹਨੂੰ ਆਪਣੀਆਂ ਕੋਠੀਆਂ ਦਿੱਤੀਆਂ ਵਰਤਣ ਲਈ ਸਰਕਾਰੀ, ਤੁਸੀਂ ਉਹਨੂੰ ਆਪਣੇ ਮਤਲਬ ਗੱਡੀਆਂ ਤੱਕ ਵਰਤਣ ਲਈ ਦਿੱਤੀਆਂ, ਤੁਸੀਂ ਉਹਨੂੰ ਗਨਮੈਨ ਲੈ ਕੇ ਦਿੱਤੇ। ਉਹਦੀ ਸ਼ਹਿ ਦੇ ਉੱਤੇ ਉਸ ਤੰਤਰ ਦੀ ਆੜ ਦੇ ਵਿੱਚ ਇਹ ਸਾਰੀ ਸਮਗਲਿੰਗ ਹੋਈ, ਤੇ ਫਿਰ ਤੁਸੀਂ ਦੋਸ਼ੀ ਕਿਉਂ ਨਹੀਂ ਹੈਗੇ? ਇਸ ਚੀਜ਼ ਦੀ ਵੀ ਸਹੁੰ ਖਾਓ। ਤੁਸੀਂ ਤੰਤਰ ਨੂੰ ਤੰਤਰ ਹੀ ਨਹੀਂ ਸਮਝਿਆ। ਮਤਲਬ ਤੁਹਾਡਾ ਫੋਨ ਜਾਂਦਾ ਸੀਗਾ, ਫਲਾਣੇ ਬੰਦੇ ਨੂੰ 10 ਗਨਮੈਨ ਦੇ ਦਿਓ, ਫਲਾਣੇ ਨੂੰ 20 ਦੇ ਦਿਓ, ਜੇ ਕਿਸੇ ਨੂੰ ਖਤਰਾ ਵੀ ਹੈਗਾ ਤੇ ਉਹਦੇ ਕੋਲ ਵਾਪਸ ਵੀ ਲੈ ਲਓ। ਇਸ ਤਰੀਕੇ ਤੁਸੀਂ ਤੰਤਰ ਨਾਲ ਖਿਲਵਾੜ ਕੀਤਾ ਤੇ ਤੇਰਾ ਭਰਾ ਨਿਰਦੋਸ਼ ਕਿੱਦਾਂ ਹੋ ਸਕਦਾ? ਉੱਥੇ ਕੰਪੈਰੀਜ਼ਨ ਕੀ ਬਣਿਆ? ਸਿੱਧੂ ਦੇ ਮੁਕਾਬਲੇ ਤੁਸੀਂ ਇਲੈਕਸ਼ਨ ਲੜਦੇ, ਸਿੱਧੂ ਦੇ ਮੁਕਾਬਲੇ ਤੁਹਾਡੇ ਕੈਮਰਾਮੈਨ ਇਲੈਕਸ਼ਨ ਲੜਦੇ, ਤੇ ਮੈਂ ਸਮਝਦਾ ਕੋਈ ਮੁਕਾਬਲਾ ਹੋ ਸਕਦਾ ਸੀਗਾ। ਜਦੋਂ ਲੋਕ ਸਿੱਧੂ ਦਾ ਵਿਕਰਮ ਨਾਲ ਕੰਪੈਰੀਜ਼ਨ ਕਰਦੇ ਨੇ ਨਾ, ਮਤਲਬ ਹੈ ਤੇ ਨੇ ਕਿ ਜਦੋਂ ਉਹਦੇ ਨਾਲ ਕੰਪੈਰੀਜ਼ਨ ਕਰਦੇ ਤੇ ਫਿਰ ਸਿੱਧੂ ਇੱਥੇ ਆ ਜਾਂਦਾ ਤੇ ਵਿਕਰਮ ਉਹ ਜ਼ਮੀਨ ਤੇ ਚਲੇ ਜਾਂਦਾ। ਸਿੱਧੂ ਇੱਕ ਨੰਬਰ ਦਾ ਝੂਠਾ, ਮੈਂ ਕੋਈ ਫੇਵਰ ਨਹੀਂ ਕਰਦਾ। ਇੱਕ ਨੰਬਰ ਦਾ ਮਤਲਬ ਉਹ ਭੌਂਕਾ ਕੇ ਊਲ ਜਲੂਲ ਬੋਲ ਦੇਣਾ, ਮਤਲਬ ਕੱਲ ਵੀ ਤੁਸੀਂ ਦੇਖਿਆ ਜਿਵੇਂ ਉਹ ਹਰਕਤਾਂ ਕਰ ਰਿਹਾ ਸੀ, ਊਲ ਜਲੂਲ ਬੋਲਣਾ, ਝੂਠ ਬੋਲਣਾ, ਠੱਗੀਆਂ ਉਹਦੀ ਵਾਈਫ ਨੇ ਕਿੰਨੀਆਂ ਮਾਰੀਆਂ, ਤੇ ਸਿੱਧੂ ਸਾਹਿਬ ਵੀ ਅੱਖਾਂ ਬੰਦ ਕਰਕੇ ਤੇ ਬੈਠੇ ਰਹੇ ਕਿ ਮਤਲਬ ਉਹਦੇ ਉੱਤੇ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਜਦੋਂ ਮੈਂ ਵਿਕਰਮ ਨਾਲ ਦੇਖਾਂ ਤੇ ਫਿਰ ਸਿੱਧੂ ਨੇ ਲੋਕਾਂ ਦੇ ਉੱਤੇ ਜਾਲੀ ਪਰਚੇ ਤੇ ਕਰਾਏ ਨਹੀਂ। ਜੇ ਉਹਦੇ ਨਾਲ ਉਹਦਾ ਕੰਪੈਰੀਜ਼ਨ ਕੀਤਾ ਜਾਵੇ ਤੇ ਸ਼ਹਿਰ 'ਚ ਬੜਾ ਫਰਕ ਹੈ। ਤੇ ਮੈਂ ਇੱਕ ਦਿਨ ਕਿਹਾ ਸੀਗਾ ਕਿ ਮਜੀਠੀਆ ਤੂੰ ਚੋਣ ਤੇ ਇੱਥੋਂ ਲੜਨ ਆ ਗਿਆ, ਜਿੱਤਣਾ ਤੇ ਬੜੀ ਦੂਰ ਦੀ ਗੱਲ ਹੈ। ਤੇਰੇ ਵਾਸਤੇ ਦੂਜੇ ਨੰਬਰ ਤੇ ਆਉਣਾ ਵੀ ਬੜੀ ਵੱਡੀ ਤੈਨੂੰ ਜਹਿਦ ਕਰਨੀ ਪਊਗੀ। ਤੈਨੂੰ ਥਾਂ ਜਿਹੜਾ ਤੂੰ ਪੈਸਾ ਖਰਚ ਕਰ ਰਿਹਾ ਵਾ, ਲੋਕ ਤੈਨੂੰ ਪਸੰਦ ਨਹੀਂ ਕਰਦੇ, ਤੇਰੀਆਂ ਕਰਤੂਤਾਂ ਲੋਕ ਭੁੱਲ ਗਏ ਨੇ। ਮਤਲਬ 10 ਸਾਲ ਤੁਸੀਂ ਤੇਰੇ ਉੱਤੇ ਕੇਸ ਰਜਿਸਟਰਡ ਹੋਇਆ ਤੇ ਤੈਨੂੰ ਤੇਰੇ ਬੱਚੇ ਵੀ ਯਾਦ ਆ ਗਏ, ਤੈਨੂੰ ਤੇਰੀ ਵਾਈਫ ਤੇ ਤੇਰੇ ਮਦਰ ਵੀ ਯਾਦ ਆ ਗਏ ਕਿ ਆਹ ਹੁੰਦਾ ਜਦੋਂ ਤੂੰ ਲੋਕਾਂ ਦੇ ਉੱਤੇ ਪਰਚੇ ਦਿੰਦਾ ਰਿਹਾ, 10-10 ਸਾਲ ਉਹਨਾਂ ਨੂੰ ਨਿਚੋੜਦਾ ਰਿਹਾ, ਸਪੈਸ਼ਲ ਥਾਣੇ ਖਲਾਏ ਸੀ ਐਸਐਸਪੀ ਤੇਰੀ ਮਰਜ਼ੀ ਨਾਲ, ਬਿਨਾਂ ਐਫਆਈਆਰ ਤੋਂ ਵੀ ਬੰਦੇ ਚੁੱਕ ਲਿਆਉਂਦੇ ਸੀ ਜਿੱਥੋਂ ਤੂੰ ਇਸ਼ਾਰਾ ਕਰਦਾ ਸਾਂ। ਕੀ ਗੱਲ ਹੈ, ਕਰਮਾ ਹੈ, ਪਹੁੰਚ ਹੋ ਕੇ ਫਿਰ ਉੱਥੇ ਆਇਆ। ਸੋ ਹੁਣ ਉਹ ਵੀ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਇੰਨੇ ਡੀਜੀਪੀ ਬਦਲੇ, ਏਡੀਜੀਪੀ ਤੱਕ ਬਦਲੇ, ਥੋੜੇ ਸਮੇਂ 'ਚ 3-4 ਬਦਲਤੇ, ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਦੇਖੋ ਇਹ ਕੋਈ ਚੰਗੀ ਮੈਂ ਮੰਦਭਾਗੀ ਗੱਲ ਹੈ ਪੰਜਾਬ ਵਾਸਤੇ ਕਿ 3 ਮਹੀਨਿਆਂ 'ਚ 3 ਡੀਜੀਪੀ ਬਦਲ ਦਿੱਤੇ ਜਾਣ, ਐਡਵੋਕੇਟ ਜਨਰਲ ਬਦਲ ਦਿੱਤਾ ਜਾਵੇ। ਮੇਰਾ ਇਹ ਮੰਨਣਾ ਕਿ ਕਿਸੇ ਦੇ ਉੱਤੇ ਇਹ ਦੋਸ਼ ਲਾ ਦੇਣੇ ਅਫਸਰ ਦੇ ਉੱਤੇ ਕਿ ਇਹਨੇ ਪਿਛਲੀ ਸਰਕਾਰ 'ਚ ਕੰਮ ਕੀਤਾ। ਅਫਸਰ ਸਰਕਾਰੀ ਤੇ ਨੌਕਰ ਹੈ ਸਰਕਾਰ ਦਾ, ਉਹ ਤੇ ਤੁਸੀਂ ਮੁੱਖ ਮੰਤਰੀ ਬਣ ਜਾਓ ਤੇ ਉਹਨੇ ਤੁਹਾਡੇ ਨਾਲ ਵੀ ਕੰਮ ਕਰਨਾ। ਤੁਹਾਡੇ ਵਿੱਚ ਦਮ ਹੋਣਾ ਚਾਹੀਦਾ, ਤੁਸੀਂ ਅਫਸਰ ਕੋ ਕੰਮ ਕਿਤਨਾ ਲੈਣਾ। ਇਹ ਨਹੀਂ ਕਿ ਤੇਰਾ ਪਿਛਲੇ ਬੰਦਿਆਂ ਨਾਲ ਤੂੰ ਹੱਥ ਮਿਲਾਉਂਦਾ ਰਿਹਾ ਆ ਜਾ, ਉਹ ਉਹਨਾਂ ਦੀ ਨੌਕਰੀ ਕਰਦੇ ਰਹੇ ਨੇ ਉਹ ਸਰਕਾਰ ਦੀ। ਇਸ ਤਰਜ਼ ਦੇ ਉੱਤੇ ਅਫਸਰ ਬਦਲਣਾ ਨਹੀਂ ਚੰਗਾ ਸੀਗਾ। ਅਫਸਰ ਦੀ ਤੁਸੀਂ ਬਦਲੀ ਕਰਨੀ ਸੀ, ਚਾਹੇ ਉਹ ਡੀਜੀਪੀ ਹੋਵੇ, ਚਾਹੇ ਐਸਐਸਪੀ ਹੋਵੇ, ਚਾਹੇ ਕਮਿਸ਼ਨਰ, ਕਿ ਸ਼ਹਿਰ ਦੇ ਵਿੱਚ ਆ ਵਾਰਦਾਤਾਂ ਹੋਈਆਂ, ਇਹਦਾ ਨਿਚੋੜ ਹੋਣਾ ਚਾਹੀਦਾ। ਆਹ ਘਟੀਆ ਕੰਮ ਹੋਏ ਨੇ ਤੇਰੇ ਰਾਜ ਦੇ ਵਿੱਚ, ਆਹ ਲਾ ਐਂਡ ਆਰਡਰ ਠੀਕ ਨਹੀਂ ਰਿਹਾ, ਉਹਦੀ ਤਰਜ਼ ਤੇ ਅਫਸਰ ਕੋਈ ਬਦਲੇ ਜਾਂਦੇ ਤੇ ਸਮਝ ਆਉਂਦੀ ਸੀ ਕਿ ਯਾਰ ਪੰਜਾਬ ਦੀ ਮਤਲਬ ਫੇਵਰ ਹੈ। ਸਿਰਫ ਜਿੱਦ ਨਾਲ ਚੱਲੀ ਆ 3 ਮਹੀਨੇ ਸਰਕਾਰ। ਚੰਨੀ ਕਹਿੰਦਾ ਸੀ ਮੈਂ ਉਹਨੂੰ ਲਾਉਣਾ, ਸਿੱਧੂ ਸਾਹਿਬ ਕਹਿੰਦੇ ਸੀ ਵੀ ਮੈਂ ਆ ਲਾਉਣਾ। ਸਿਰਫ ਆਪਣੀਆਂ ਜਿੱਦਾਂ ਦੇ ਵਿੱਚ, ਜਿੱਦਾਂ ਹਨੀਮੂਨ ਪੀਰੀਅਡ ਮਿਲਿਆ ਸੀ ਨਾ, ਮੇਰਾ ਚੰਨੀ ਸਾਹਿਬ ਦੀਆਂ ਤੁਸੀਂ ਹਰਕਤਾਂ ਦੇਖੀਆਂ, ਇਹਨੇ ਕਦੇ ਭੰਗੜਾ ਪਾ ਲਿਆ, ਕੱਲ ਮੇਰਾ ਖਾ ਲਓ ਤਾਸ਼ ਖੇਡ ਰਹੇ ਸੀ, ਕ੍ਰਿਕਟ ਖੇਡ ਰਹੇ ਸੀ, ਸੀਪ ਖੇਡ ਰਹੇ ਸੀ। ਤੇ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਵੀ ਸੀਪ ਖੇਡਦੇ ਸਾਰੇ ਪੰਜਾਬ ਦੀ ਸੀਪ ਨਾ ਲਾ ਦਿਓ ਕਿਤੇ। ਮਤਲਬ ਤੁਸੀਂ ਕਰ ਕੀ ਰਹੇ ਹੋ? ਜੋ ਤੁਹਾਡੇ ਕੰਮ ਸੀਗੇ ਤੁਸੀਂ ਕੀਤੇ। ਹਾਂ, ਜਿਹੜਾ ਸੀਐਮ ਆ ਲੋਕਾਂ ਨੂੰ ਮਿਲ ਵਰਤਣ ਵਾਲਾ ਹੋਣਾ ਚਾਹੀਦਾ, ਉਹ ਤੁਹਾਨੂੰ ਹੱਥ ਮਿਲਾਵੇ, ਤੁਹਾਨੂੰ ਜੱਫੀ ਪਾ ਕੇ ਮਿਲੇ। ਇੱਕ ਉਹਦਾ ਔਰਾ ਰੋਬ ਵੀ ਹੋਣਾ ਚਾਹੀਦਾ ਕਿ ਯਾਰ ਅਫਸਰਸ਼ਾਹੀ ਉਹ ਤੋਂ ਡਰੇ। ਤੁਹਾਨੂੰ 3 ਮਹੀਨੇ ਕੋ ਮਹਿਸੂਸ ਹੋਇਆ ਕਿ ਚੰਨੀ ਤੋਂ ਕੋਈ ਅਫਸਰ ਕੰਬ ਰਿਹਾ, ਚੰਨੀ ਦੀ ਕੋਈ ਪਰਵਾਹ ਕਰ ਰਿਹਾ? ਮੈਨੂੰ ਇਹਨੇ ਨੇ ਮਤਲਬ ਅਫਸਰ ਆਪ ਫੋਨ ਕਰਕੇ ਕਹਿੰਦੇ ਯਾਰ ਸਾਨੂੰ ਫੀਲ ਹੀ ਨਹੀਂ ਹੁੰਦਾ ਸਾਡਾ ਇਹ ਮੁੱਖ ਮੰਤਰੀ ਹੈ, ਤੁਸੀਂ ਸਟੇਟ ਕਿਵੇਂ ਚਲਾ ਸਕਦੇ ਹੋ? ਤੇ ਸਭ ਤੋਂ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਦੇ ਆ, ਮੇਰੇ ਫੋਨ 'ਚ ਇੱਕ ਫੋਟੋ ਹੈ ਜਹਾਜ਼ ਦੇ ਅੱਗੇ, ਉਹ ਤੇ ਸੁੱਖੀ ਰੰਧਾਵਾ ਇਦਾਂ ਖੜੇ ਨੇ, ਮਤਲਬ ਫੋਟੋ ਕਰਾ ਰਹੇ ਸੀ। ਇਹ ਸੀਐਮ ਦਾ ਯਾਰ ਰੁਤਬਾ ਹੈ, ਤੁਸੀਂ ਤੇ ਇਸ ਤਰ੍ਹਾਂ ਫੋਟੋ ਕਰਾ ਰਹੇ ਹੋ ਜਿੱਦਾਂ ਪਿਓ ਨੇ ਕਾਰ ਲੈ ਕੇ ਦਿੱਤੀ ਆ ਤੇ ਇੰਸਟਾ ਦੇ ਉੱਤੇ ਪਾਉਣੀ ਆ, ਸਟੋਰੀ ਪਾਉਣੀ ਆ। ਮਤਲਬ ਇਹ ਲੈਵਲ ਹੈ ਯਾਰ ਤੁਹਾਡਾ। ਤੁਸੀਂ ਸਰਕਾਰ ਚਲਾਈ ਨਹੀਂ, ਸਿਰਫ ਤੁਸੀਂ ਇਹਨੂੰ ਇੰਜੋਏ ਕੀਤਾ ਕਿਤੇ ਭੰਗੜਾ ਪਾ ਕੇ। ਤੁਸੀਂ, ਮੈਂ ਚੰਨੀ ਸਾਹਿਬ ਦਾ ਤੇ ਮੈਂ ਆਮ ਤੌਰ ਤੇ ਕਹਿੰਦਾ ਕਿ ਜਦੋਂ ਵੀ ਕਿਤੇ ਉਹ ਰੋਡ ਤੇ ਜਾਂਦੇ ਨੇ ਤੇ ਮੇਰਾ ਖਿਆਲ ਗੱਡੀ ਦਾ ਇੱਕ ਸ਼ੀਸ਼ਾ ਥੱਲੇ ਰੱਖਦੇ ਨੇ ਵੀ ਕਿੱਥੋਂ ਡੀਜੇ ਦੀ ਆਵਾਜ਼ ਆਵੇ ਤੇ ਮੈਂ ਲੱਤਾਂ ਲਾਉਣੀਆਂ ਸ਼ੁਰੂ ਕਰ ਦੇਵਾਂ। ਮਤਲਬ ਇਹ ਤੁਸੀਂ ਕੀਤਾ ਪੰਜਾਬ ਲਈ ਇੱਕ ਕੰਮ, ਤੇ ਦੱਸੋ ਨਾ ਕੀ ਕੀਤਾ। ਜਿਹੜੇ ਪੰਜਾਬ ਦੇ ਇਸ਼ੂ ਸੀਗੇ, 18 ਨਿਕਾਤੀ ਪ੍ਰੋਗਰਾਮ ਲੈ ਕੇ ਆਏ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਲਾਇਆ ਸੀਗਾ। ਉਹਨਾਂ 18 ਨਿਕਾਤੀ ਪ੍ਰੋਗਰਾਮ 'ਚੋਂ ਕੋਈ ਪ੍ਰੋਗਰਾਮ ਪੂਰਾ ਹੋਇਆ ਇਹਨਾਂ ਦਾ? ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦੀ ਕੀ ਲੋੜ ਸੀਗੇ? ਔਰ ਦੇਸ਼ ਦਾ ਤੁਸੀਂ ਸਿਸਟਮ ਦੇਖੋਗੇ, ਮੈਂ ਤੁਹਾਨੂੰ ਵੀ ਕਹੂੰਗਾ ਕਿ ਬੜੀ ਵੱਡੀ ਆਵਾਜ਼ ਉੱਠਣੀ ਚਾਹੀਦੀ ਹੈ ਪੰਜਾਬ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣਦੇ ਨੇ ਕੀ ਸਹੁੰ ਖਾਂਦੇ ਨੇ? ਆ ਸਹੁੰ ਮੇਰੇ ਫੋਨ 'ਚ ਹੈਗੀ ਆ, ਜੇ ਕਹੋ ਤਾਂ ਮੈਂ ਸੁਣਾ ਵੀ ਦਿੰਦਾ। ਨਹੀਂ, ਉਹ ਨਹੀਂ ਜੀ, ਜਦੋਂ ਮੁੱਖ ਮੰਤਰੀ ਬਣਦੇ ਨੇ, ਜਦੋਂ ਉਹਨਾਂ ਨੂੰ ਗਵਰਨਰ ਸਹੁੰ ਚੁਕਾਉਂਦਾ, ਉਹਦੇ ਵਿੱਚ ਕਹਿੰਦੇ ਨੇ ਕਿ ਮੈਂ ਸੰਵਿਧਾਨ ਦੀ ਬਿਨ ਪਾਲਣਾ ਕਰੂੰਗਾ, ਬਿਨਾਂ ਕਿਸੇ ਭੇਦਭਾਵ ਦੇ ਕਰੂੰਗਾ,
ਕਿਸੇ ਨੂੰ ਸਰਕਾਰ ਦਾ ਰਾਜ ਨਹੀਂ ਦੱਸੂਗਾ। ਔਰ ਉਸ ਤੋਂ ਬਾਅਦਾਂ ਹੁਣ ਤੁਹਾਡੇ ਕੋਲ ਔਨ ਰਿਕਾਰਡ ਸਟੇਟਮੈਂਟ ਨੇ ਸਾਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ, ਸੋਸ਼ਲ ਮੀਡੀਆ ਤੇ ਵੀ ਹੈਗੀਆਂ, ਚੈਨਲਸ ਕੋਲ ਵੀ ਹੈਗੀਆਂ ਤੇ ਅਖਬਾਰਾਂ ਕੋਲ ਵੀ ਹੈਗੀਆਂ। ਜਦੋਂ ਉਹਨਾਂ ਨੂੰ ਲਾਇਆ ਗਿਆ ਤੇ ਉਹਨਾਂ ਦੀਆਂ ਸਟੇਟਮੈਂਟ ਕੀ ਸੀਗੀਆਂ? ਮੈਂ ਸਾਰੇ ਮੰਤਰੀਆਂ ਦੀਆਂ ਚੋਰੀਆਂ ਠੱਗੀਆਂ ਦੀਆਂ ਫਾਈਲਾਂ ਸੋਨੀਆ ਗਾਂਧੀ ਨੂੰ ਦਿੱਤੀਆਂ। ਉਹਨਾਂ ਨੇ ਕੋਈ ਮੈਨੂੰ ਐਕਸ਼ਨ ਲੈਣ ਦੇ ਉੱਤੋਂ, ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਉੱਤੋਂ ਥੱਲੇ ਤੱਕ ਸਾਰੇ ਹੀ ਚੋਰ ਨੇ ਤੇ ਕਿਹਨੂੰ ਫੜਾ, ਹੁਣ ਮੈਨੂੰ ਦੱਸੋ ਸੰਵਿਧਾਨ ਦੀ ਸਹੁੰ ਕਿੱਥੇ ਗਈ? ਗੁਟਕਾ ਸਾਹਿਬ ਦੀ ਤਾਂ ਤੂੰ ਝੂਠੀ ਖਾ ਲਈ, ਨਸ਼ਾ ਲੱਕ ਤੋੜਨ ਵਾਲੀ। ਜਿਹੜੀ ਸੰਵਿਧਾਨ ਦੀ ਸਹੁੰ ਖਾਧੀ, ਪਹਿਲੀ ਗੱਲ ਤੇ ਸੋਨੀਆ ਗਾਂਧੀ ਨੂੰ ਉਹ ਰਾਜ ਜਿਹੜੇ ਦੱਸਣ ਦੀ ਕੀ ਲੋੜ ਸੀ? ਸੋਨੀਆ ਗਾਂਧੀ ਕੀ ਅਥਾਰਟੀ ਸੀਗੀ ਜਿਹਨੂੰ ਤੁਸੀਂ ਇਹ ਰਾਜ ਸਾਂਝੇ ਕਰ ਰਹੇ ਹੋ ਸਰਕਾਰ ਦੇ? ਨੰਬਰ 2, ਤੁਸੀਂ ਜੋ ਸੰਵਿਧਾਨ ਦੀ ਸਹੁੰ ਖਾਧੀ, ਤੁਹਾਡਾ ਕੋਈ ਇਜਾਜ਼ਤ ਲੈਣ ਦੀ ਤੇ ਲੋੜ ਹੀ ਨਹੀਂ ਸੀ ਸੋਨੀਆ ਗਾਂਧੀ ਕੋਲੋਂ। ਤੁਹਾਨੂੰ ਲੱਗ ਰਿਹਾ ਕਿ ਰੈਵਨਿਊ 'ਚ ਚੋਰੀ ਹੈ, ਲਾ ਐਂਡ ਆਰਡਰ 'ਚ ਚੋਰੀ ਹੈ, ਇਹ ਲੋਕ ਦੇਸ਼ ਦੇ ਮਤਲਬ ਸੂਬੇ ਦੇ ਸਰੋਤ ਲੁੱਟ ਰਹੇ ਨੇ, ਤੇ ਤੁਸੀਂ ਜੋ ਸਹੁੰ ਖਾਧੀ ਸੀ ਉਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਰਦੇ, ਮਤਲਬ ਤੁਸੀਂ ਕੀਤੀ ਕਿਉਂ ਨਹੀਂ? ਔਰ ਦੁੱਖ ਮੈਨੂੰ ਕਿਸ ਗੱਲ ਦਾ ਲੱਗਦਾ ਕਿ ਨਾ ਹਾਈ ਕੋਰਟ, ਨਾ ਸੁਪਰੀਮ ਕੋਰਟ, ਨਾ ਸੈਸ਼ਨ ਕੋਰਟ, ਜਦੋਂ ਇੱਕ ਬੰਦਾ ਐਡਮਿਟ ਕਰ ਰਿਹਾ, ਇਸ ਤੋਂ ਵੱਡੀ ਐਵੀਡੈਂਸ ਕੀ ਹੋ ਸਕਦੀ ਹੈ ਕਿ ਇੱਕ ਬੰਦਾ ਮੂੰਹੋਂ ਕਹਿ ਰਿਹਾ ਕਿ ਹਾਂ ਚੋਰੀ ਦੀਆਂ ਫਾਈਲਾਂ ਮੇਰੇ ਕੋਲ ਪਈਆਂ ਸੀ, ਤੇ ਤੁਹਾਨੂੰ ਸੂ ਮੋਟੋ ਲੈ ਲੈਣਾ ਚਾਹੀਦਾ ਵੀ ਕੈਪਟਨ ਅਮਰਿੰਦਰ ਸਿੰਘ ਪੇਸ਼ ਹੋ, ਤੂੰ ਆਪਣੀ ਸਹੁੰ ਖਾਧੀ ਸੀ ਦੇਸ਼ ਪ੍ਰਤੀ, ਸੰਵਿਧਾਨ ਪ੍ਰਤੀ, ਉਹਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਤੈਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ। ਪਰ ਕੋਈ ਹੈ ਹੀ ਨਹੀਂ ਇੱਥੇ। ਕੋਈ ਮਾੜਾ ਬੰਦਾ, ਮੈਂ ਕੋਰਟ ਦੇ ਖਿਲਾਫ ਕੋਈ ਟਿੱਪਣੀ ਕਰ ਦੂੰਗਾ ਨਾ ਤੇ ਮੇਰਾ ਖਿਆਲ ਸਵੇਰੇ ਹੀ ਮੈਨੂੰ ਸੰਮਣ ਆ ਜਾਣਗੇ। ਕੈਪਟਨ ਅਮਰਿੰਦਰ ਸਿੰਘ ਹੈ ਨਾ, ਮਤਲਬ ਉਹਨੂੰ ਕਿਉਂ ਨਹੀਂ, ਕੋਰਟ ਨੂੰ ਦੇਖ ਨਹੀਂ ਰਿਹਾ ਕਿ ਇੱਕ ਬੰਦਾ ਕਹਿ ਰਿਹਾ ਮੇਰੇ ਸਾਹਮਣੇ ਚੋਰੀ ਹੁੰਦੀ ਰਹੀ ਹੈ, ਇੱਕ ਐਸਐਚਓ ਦੇ ਸਾਹਮਣੇ ਕਤਲ ਹੋ ਜਾਵੇ ਤੇ ਦੋਸ਼ੀ ਉਹਨੂੰ ਹੱਥ ਮਿਲਾ ਕੇ ਚਲਾ ਜਾਵੇ ਤੇ ਐਸਐਚਓ ਦੋਸ਼ੀ ਨਹੀਂ ਹੈਗਾ, ਤੇ ਤੇਰੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਮਤਲਬ ਇਸ ਤਰੀਕੇ ਤੁਸੀਂ ਸਟੇਟ ਨੂੰ ਲੁੱਟਿਆ, ਇਹਦੇ ਸਰੋਤ ਲੁੱਟੇ, ਸਾਰਾ ਕੁਝ ਕੀਤਾ, ਤੇ ਕੋਈ ਬੰਦਾ ਮੈਂ ਤਾਂ ਕਹਿੰਦਾ ਜਿਨ੍ਹਾਂ ਬੰਦਿਆਂ ਨੇ ਉਹ ਫਾਈਲਾਂ ਤਿਆਰ ਕੀਤੀਆਂ, ਉਹ ਕਿਸੇ ਪੋਲੀਟੀਸ਼ੀਅਨ ਨੇ ਤੇ ਤਿਆਰ ਨਹੀਂ ਕੀਤੀਆਂ ਹੋਣਗੀਆਂ ਜੀ, ਇੰਟੈਲੀਜੈਂਸੀ ਹੋਏਗੀ, ਉਹਨਾਂ ਦੇ ਡਿਪਾਰਟਮੈਂਟ ਦੇ ਜਿਹੜੇ ਅਫਸਰ ਹੋਣਗੇ। ਯਾਰ ਕਿਸੇ ਦਾ ਵੀ ਜ਼ਮੀਰ ਨਹੀਂ ਹੈਗਾ ਕਿ ਉਹੀ ਸਾਹਮਣੇ ਆ ਜਾਣ, ਉਹ ਆਪਣੇ ਵੱਲੋਂ ਹੀ ਕੰਪਲੇਂਟ ਫਾਈਲ ਕਰ ਦੇਣ ਕਿ ਯਾਰ ਆਹ ਅਸੀਂ ਦੱਸਿਆ ਸੀਗਾ ਤੇ ਇਹਨਾਂ ਨੇ ਸਾਡੇ ਹੱਥ ਰੋਕ ਛੱਡੇ, ਸਾਨੂੰ ਕੰਮ ਨਹੀਂ ਕਰਨ ਦਿੱਤਾ। ਮਤਲਬ ਸਾਰੇ ਪੰਜਾਬ ਦਾ ਹੀ ਜ਼ਮੀਰ ਮਰ ਗਿਆ। ਮੈਂ ਅੱਜ ਕਿਸੇ ਨੂੰ ਕਹਿੰਦਾ ਸੀਗਾ, ਕਿਸੇ ਨੇ ਬੜਾ ਵਧੀਆ ਇੱਕ ਮੈਸੇਜ ਪਾਇਆ ਸੀਗਾ, ਕਹਿੰਦਾ ਅੱਜ ਦੌਰ ਪਤਾ ਕੀ ਜਾ ਰਿਹਾ ਕਿ ਕਿਸੇ ਬੰਦੇ ਦੇ ਮਰਨ ਦਾ ਤੇ ਪਤਾ ਚੱਲ ਜਾਂਦਾ ਵੀ ਉਹ ਮਰ ਗਿਆ ਜਾਂ, ਪਰ ਕਿਸੇ ਦੇ ਅੱਜ ਕੱਲ੍ਹ ਜ਼ਮੀਰ ਮਰਨ ਦਾ ਤੇ ਪਤਾ ਹੀ ਨਹੀਂ ਨਾ ਚੱਲਦਾ ਕਦੋਂ ਕਿਹਦਾ ਜ਼ਮੀਰ ਮਰ ਜਾਣਾ। ਮਤਲਬ ਇਸ ਤਰੀਕੇ ਤੁਸੀਂ ਆ ਦੇਖੋ, ਇੱਕ ਦਿਨ 'ਚ ਟਿਕਟਾਂ ਲਈਆਂ ਜਾ ਰਹੀਆਂ ਨੇ। ਕੋਈ ਬੰਦਾ ਇਧਰੋਂ ਟਿਕਟ ਨਹੀਂ ਮਿਲੀ ਤੇ ਉਹ ਪਾਰਟੀ ਸ਼ਿਫਟ ਕਰ ਗਿਆ, ਕੋਈ ਅਸਤੀਫਾ ਦੇ ਕੇ ਟਿਕਟਾਂ ਲੈ ਗਿਆ, ਕੋਈ ਰਾਸ਼ਨ ਵੰਡ ਕੇ ਟਿਕਟਾਂ ਲੈ ਗਿਆ। ਮਤਲਬ ਇਸ ਤਰੀਕੇ ਤੁਸੀਂ ਜ਼ਮੀਰ ਹੀ ਮਾਰ ਲਿਆ ਯਾਰ। ਜਿਨ੍ਹਾਂ ਲੋਕਾਂ ਨੂੰ ਤੁਸੀਂ 10-10 ਸਾਲ ਗਾਲਾਂ ਕੱਢਦੇ ਰਹੇ ਹੋ, ਠੀਕ ਹੈ ਨਾ, ਉਹਨਾਂ ਦੇ ਅੱਜ ਤੁਸੀਂ ਸੋਲੇ ਗਾ ਰਹੇ ਹੋ, ਤੇ ਕਿੱਥੇ ਤੁਹਾਡਾ ਜ਼ਮੀਰ ਹੈ? ਤੇ ਕੀ ਮਤਲਬ ਸਿਸਟਮ ਹੀ ਐਡਾ ਵਿਗੜ ਚੁੱਕਾ। ਔਰ ਇਹ ਦੇਖੋ ਹੋਇਆ ਕੀ ਆ, ਮੰਦਭਾਗਾ ਕੀ ਆ ਕਿ ਸਿਆਸਤ ਇਹ ਸੇਵਾ, ਤੁਸੀਂ ਇਹਨੂੰ ਸੇਵਾ, ਮੈਂ ਪੋਲੀਟੀਸ਼ੀਅਨ ਨੂੰ ਇੱਕ ਮੈਸੇਜ ਦਿੰਦਾ ਹਰ ਵਾਰੀ ਕਿ ਕੋਈ ਵੀ ਪੋਲੀਟੀਸ਼ੀਅਨ, ਉਹ ਕਾਉਂਸਲਰ ਤੋਂ ਲੈ ਕੇ ਤੇ ਮੁੱਖ ਮੰਤਰੀ ਤੱਕ, 5% ਕੰਮ ਆਪਣੇ ਲਈ ਕਰੇ ਨਾ ਤੇ 95% ਸੂਬੇ ਲਈ ਕਰੇ, ਤੇ ਮੇਰਾ ਖਿਆਲ ਉਹਦਾ ਪਰਿਵਾਰ ਭੁੱਖਾ ਨਹੀਂ ਮਰ ਸਕਦਾ, ਉਹਦੀ ਇੱਕ ਪੀੜ੍ਹੀ ਭੁੱਖੀ ਨਹੀਂ ਮਰ ਸਕਦੀ। ਪਰ ਜੇ ਤੁਸੀਂ ਲੁੱਟਣਾ ਹੀ ਹੈ ਕਿ ਮੈਂ 7 ਪੀੜ੍ਹੀਆਂ ਲਈ ਜੋੜਨਾ, ਦੋ ਤੋਂ ਤੱਤ ਇੱਥੇ ਕੋਈ ਵੀ ਨਹੀਂ ਮਿਲਣਾ ਤੁਹਾਨੂੰ। ਇੱਥੇ ਹੁੰਦਾ ਕੀ ਹੈ ਕਿ 95% ਕੰਮ ਆਪਣੇ ਲਈ ਕੀਤਾ ਜਾਂਦਾ, 5% ਕੰਮ ਸਟੇਟ ਲਈ ਕੀਤਾ ਜਾਂਦਾ, ਔਰ ਉਸ 5% ਨੂੰ 95 ਬਣਾ ਕੇ ਦੱਸਿਆ ਜਾਂਦਾ। ਹੋਇਆ ਕੀ ਹੈ ਕਿ ਸਿਆਸਤ ਸੇਵਾ ਸੀ, ਸਿਆਸਤ ਇਹਨਾਂ ਦਾ ਪਰਮ ਧਰਮ ਹੋਣਾ ਚਾਹੀਦਾ ਸੀ, ਸਿਆਸਤ ਇਹਨਾਂ ਦਾ ਕਰਮ ਹੋਣਾ ਚਾਹੀਦਾ ਸੀਗਾ। ਇਹਨਾਂ ਨੇ ਕੀ ਕੀਤਾ? ਸਿਆਸਤ ਨੂੰ ਰੱਖਿਆ ਸੈਕੰਡਰੀ, ਵਪਾਰ ਨੂੰ ਰੱਖ ਲਿਆ ਪ੍ਰਾਇੋਰਟੀ ਤੇ, ਪ੍ਰਾਇਮਰੀ ਉਹਨੂੰ ਰੱਖਿਆ, ਇਹਨੂੰ ਸੈਕੰਡਰੀ ਰੱਖਿਆ। ਔਰ ਸਿਆਸਤ ਦੇ ਵਿੱਚ ਅਸਲੀ ਸੇਵਾ ਇਹਨਾਂ ਦੀ ਸਿਆਸਤ ਚਾਹੀਦੀ ਸੀ, ਪਰ ਇਹਨਾਂ ਦਾ ਅਸਲੀ ਧਰਮ ਰਿਹਾ ਵਪਾਰ। ਸਿਆਸਤ ਨੂੰ ਇੱਕ ਟੂਲ ਵਜੋਂ ਵਰਤਿਆ ਗਿਆ ਆਪਣਾ ਕਾਰੋਬਾਰ ਵਧਾਉਣ ਲਈ, ਆਪਣੇ ਸਰੋਤ ਵਧਾਉਣ ਲਈ, ਆਪਣੀ ਇਨਕਮ ਵਧਾਉਣ ਲਈ। ਔਰ ਸਟੇਟ ਦੇ ਤੁਸੀਂ ਹਾਲ ਦੇਖ ਸਕਦੇ ਹੋ। ਮੰਨਾ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਅਵੇਅਰਨੈਸ ਜਿਹੜੀ ਹੈ ਲੋਕਾਂ 'ਚ ਲੈ ਕੇ ਜਾਂਦੇ ਹੋ, ਸਪਰੈਡ ਕਰਦੇ ਹੋ, ਤੇ ਅੱਗੇ ਆਮ ਤੌਰ ਤੇ ਦੇਖਿਆ ਜਾਂਦਾ ਸੀ ਚੋਣਾਂ ਦੇ ਵਿੱਚ ਜਿਵੇਂ ਮੰਨਦੇ ਸੀ ਲੋਕ ਕਿ ਲੋਕੀ ਵਿਕ ਜਾਂਦੇ ਨੇ, ਕੋਈ ਵੀ ਲੀਡਰ ਉਹਨਾਂ ਨੂੰ ਮੌਕੇ ਤੇ ਖਰੀਦ ਲੈਂਦਾ। ਪਰ ਜਿਵੇਂ ਤੁਸੀਂ ਜਿਸ ਤਰੀਕੇ ਨਾਲ ਬੋਲਦੇ ਹੋ ਤੇ ਲੋਕ ਤੁਹਾਨੂੰ ਸੁਣਦੇ ਨੇ, ਪਿਆਰ ਬਹੁਤ ਕਰਦੇ ਨੇ। ਮੈਂ ਦੇਖ ਰਿਹਾ ਸੀਗਾ ਇੱਥੇ ਕੰਪਨੀ ਬਾਗ ਵੀ, ਜਿਹੜੇ ਵੀ ਲੋਕ ਇੱਥੋਂ ਤੁਹਾਡੇ ਕੋਲੋਂ ਲੰਘਦੇ ਨੇ ਤੁਹਾਨੂੰ ਮਿਲਦੇ ਨੇ। ਜਿਹੜੀ ਤੁਸੀਂ ਲਗਾਤਾਰ ਅਵੇਅਰਨੈਸ ਜਿਹੜੀ ਇਹ ਸਪਰੈਡ ਕਰ ਰਹੇ ਹੋ, ਬੋਲ ਰਹੇ ਹੋ ਇਹਨਾਂ ਮੁੱਦਿਆਂ ਦੇ ਉੱਤੇ, ਲੱਗਦਾ ਕਿ ਇਸ ਵਾਰ ਕੋਈ ਉਸ ਚੀਜ਼ ਦਾ ਫਰਕ ਪਏਗਾ? ਤੁਹਾਡੇ ਨਾਲ ਲੋਕ ਸਾਂਝਾ ਕਰਦੇ ਹੋਣਗੇ ਫੀਡਬੈਕ ਕਿ ਅਸੀਂ ਮੰਨਾ ਸਾਹਿਬ ਤੁਹਾਨੂੰ ਸੁਣਦੇ ਹਾਂ, ਤੁਹਾਡੀਆਂ ਗੱਲਾਂ ਤੋਂ ਅਸੀਂ ਇਹ ਕਨਕਲੂਜਨ ਕੱਢਿਆ ਕਿ ਇਸ ਵਾਰ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਾਂ ਅਸੀਂ ਇਸ ਤਰੀਕੇ ਨਾਲ ਵੋਟ ਪਾਵਾਂਗੇ। ਦੇਖੋ, ਮੈਂ ਨਿੱਜੀ ਤੌਰ ਤੇ ਕੁਝ ਵੀ ਨਹੀਂ ਸੋਚਦਾ। ਮੈਂ ਨਾ ਕੱਲ੍ਹ ਇੱਕ ਪੋਸਟ ਪਾਈ ਸੀਗੀ ਤੇ ਬਹੁਤ ਜ਼ਿਆਦਾ ਵਾਇਰਲ ਹੋਈ। ਮੈਂ ਉਹਦੇ 'ਚ ਲਿਖਿਆ ਸੀਗਾ ਕਿ ਆ ਮੁਫਤ ਦੀ ਦਾਰੂ ਪੀ ਕੇ ਮਾਰੇ ਲਲਕਾਰੇ, ਚੋਣਾਂ ਦੇ ਦੌਰਾਨ ਮੁਫਤ ਦੀ ਦਾਰੂ ਪੀ ਕੇ ਮਾਰੇ ਲਲਕਾਰੇ, ਤੁਹਾਡੀ ਆਉਣ ਵਾਲੀ ਪੀੜ੍ਹੀ ਦੀਆਂ ਚੀਕਾਂ ਮੜ ਕੇ ਨਿਕਲਣਗੇ, ਮਤਲਬ ਤੁਹਾਡੀਆਂ ਪੀੜ੍ਹੀਆਂ ਦਾ ਘਾਣ ਕਰਨਗੇ। ਦੇਖੋ, ਮੈਨੂੰ ਵੀ ਬਹੁਤ ਆਫਰ ਹੋਈਆਂ, ਚਾਹੇ ਉਹ ਅਕਾਲੀ ਦਲ ਸੀਗਾ, ਚਾਹੇ ਉਹ ਆਮ ਆਦਮੀ ਪਾਰਟੀ ਸੀਗੀ, ਚਾਹੇ ਉਹ ਕਾਂਗਰਸ ਸੀਗੀ,
ਤੇ ਚਾਹੇ ਬੀਜੇਪੀ ਵਾਲੇ ਸੀ। ਮੈਂ ਇੱਕ ਚੀਜ਼ ਨਾ ਬੋਲ ਚੁੱਕਾ ਔਰ ਮੇਰੀ ਕੋਸ਼ਿਸ਼ ਹੈ, ਲੋਕ ਮੈਨੂੰ ਪਿਆਰ ਕੋ ਕਰਦੇ ਨੇ, ਜੋ ਕਹਿ ਦਿੱਤਾ ਉਹਦੇ ਤੋਂ ਫਿਰਨਾ ਨਹੀਂ, ਕਿਉਂਕਿ ਇੱਥੇ ਤੁਹਾਨੂੰ ਮੈਂ ਕੁਛ ਕਹਿ ਦੇਵਾਂ, ਦੂਸਰੇ ਕੈਮਰੇ ਤੇ ਮੈਂ ਕੁਛ ਕਹਿ ਦੇਵਾਂ ਤੇ ਸ਼ਾਮ ਨੂੰ ਮੈਂ ਵੀ ਟਰੋਲ ਹੋਊਂਗਾ ਤੇ ਮੇਰੇ ਵੀ ਮੀਮਸ ਬਣਨਗੇ। ਮੈਂ ਇੱਕ ਚੀਜ਼ ਕਹੀ ਸੀ ਭਾਜੀ, ਮੈਂ ਬੋਲਿਆ ਸੀਗਾ ਕਿ ਕੋਈ ਵੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦਾ ਜਿਹੜੇ ਲਾਰੇ ਲਾ ਰਹੇ ਨੇ ਉਹਦਾ ਸੋਰਸ ਦੱਸ ਦੂਗੀ ਤੇ ਮੈਂ ਉਹਨੂੰ ਜੁਆਇਨ ਕਰ ਲੂੰਗਾ। ਬਦਕਿਸਮਤੀ ਹੈ ਕਿ 5 ਪਾਰਟੀਆਂ ਨੇ ਚੋਣ ਮੈਨੀਫੈਸਟੋ ਤਿਆਰ ਕੀਤਾ, ਲਾਰੇ ਲਾਏ, ਉਹਦਾ ਸਰੋਤ ਕੋਈ ਨਹੀਂ ਦੱਸਿਆ। ਔਰ ਮੈਂ ਨਿੱਜੀ ਤੌਰ ਤੇ, ਮੇਰੀ ਨਿੱਜੀ ਰਾਏ ਹੈ ਕਿ ਅਕਾਲੀ ਦਲ ਨੂੰ 10 ਸਾਲ ਪਰਖਿਆ ਤੁਸੀਂ, ਕਾਂਗਰਸ ਨੂੰ ਮਤਲਬ 5 ਸਾਲ ਪਰਖ ਲਿਆ, ਕੋਈ ਤੁਹਾਨੂੰ ਬਦਲਾਵ ਨਜ਼ਰ ਨਹੀਂ ਆਇਆ। ਮੈਂ ਕੋਈ ਆਮ ਆਦਮੀ ਪਾਰਟੀ ਦਾ ਸਪੋਰਟਰ ਨਹੀਂ, ਮੈਂ ਤੁਹਾਡੇ ਮਾਈਕ ਦੇ ਉੱਤੇ ਕਹਿੰਦਾ ਨਿੱਜੀ ਤੌਰ ਤੇ ਮੈਂ ਉਹਨਾਂ ਨੂੰ ਪਸੰਦ ਨਹੀਂ ਕਰਦਾ। ਉਹਦਾ ਰੀਜ਼ਨ ਮੈਂ ਤੁਹਾਨੂੰ ਮੋਟਾ ਦੱਸ ਦੇਵਾਂ ਕਿ 22 ਐਮਐਲਏ ਉਹਨਾਂ ਦੇ ਜਿੱਤੇ ਸੀਗੇ। 22 ਐਮਐਲਏ ਪੰਜਾਬ ਦੀ ਰਾਖੀ ਕਰਦੇ ਨਾ, ਪੰਜਾਬ ਦੇ ਇਸ਼ੂਜ਼ ਦੇ ਉੱਤੇ ਬੋਲਦੇ। ਹੋਇਆ ਕਿ ਕੋਈ ਐਮਐਲਏ ਰੇਤਾ 'ਚ ਪੱਗ ਲਵਾਉਣ ਡਿਆ, ਕੋਈ ਐਮਐਲਏ ਕੈਪਟਨ ਦੇ ਘਰ ਜਾ ਕੇ ਸ਼ਗਨ ਲੈਣ ਡਿਆ, ਮਤਲਬ ਲੋਕਾਂ ਦੀਆਂ ਫੀਲਿੰਗਸ ਨਾਲ ਖਿਲਵਾੜ ਕਿਉਂ ਕਰਦੇ ਹੋ? ਉਹ 22 ਐਮਐਲਏ ਪੰਜਾਬ ਦੀ ਰਾਖੀ ਕਰਦੇ ਤੇ ਪੰਜਾਬ 'ਚ ਚੋਰੀ ਘੱਟ ਹੁੰਦੀ। ਉਹਨਾਂ 22 ਐਮਐਲਏ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਕੇਜਰੀਵਾਲ ਵੀ 5 ਸਾਲਾਂ 'ਚ ਮੈਨੂੰ ਦੱਸ ਦੇਣ ਕਿੰਨੀ ਵਾਰੀ ਆਏ, ਮਨੀਸ਼ ਸਿਸੋਦੀਆ ਕਿੰਨੀ ਵਾਰੀ ਆਏ, ਭਗਵੰਤ ਮਾਨ ਵੀ 2 ਸਾਲ ਮਤਲਬ ਗਾਇਬ ਰਹੇ ਆਪਣੇ ਨਿੱਜੀ ਕਾਰਨਾਂ ਕਰਕੇ, ਕਹਿ ਲਓ ਕੁਛ ਵੀ। ਪਰ ਮੈਂ ਇਹ ਕਹਿਣਾ, ਮੈਨੂੰ ਨਿੱਜੀ ਤੌਰ ਤੇ ਚੰਗੇ ਨਹੀਂ ਲੱਗਦੇ, ਪਰ ਜੇ ਮੈਂ ਇਹਨਾਂ ਦੋਵਾਂ ਨਾਲੋਂ ਵੇਖਾਂ ਤੇ ਚੰਗੇ ਨੇ, ਮੈਂ ਆਪਣੀ ਸਟੇਟ ਵਾਸਤੇ ਵੇਖਾਂ ਤੇ ਚੰਗੇ ਨੇ। ਕਿ ਨਵੇਂ ਆਉਣਗੇ, ਇਹ ਪੁਰਾਣੇ ਡਾਕੂ ਨੇ, ਜੇ ਨਵੇਂ ਆਉਣਗੇ ਤੇ ਜੇਬਾਂ ਕੱਟਣ ਵਾਲੇ ਆ ਜਾਣਗੇ ਯਾਰ, ਜੇਬ ਕਤਰੇ ਆ ਜਾਣਗੇ, ਕਿਤੇ ਨਾ ਕਿਤੇ ਤੇ ਪੰਜਾਬ ਦਾ ਬਚਾਅ ਹੋਊਗਾ ਨਾ। ਮਤਲਬ ਨਿੱਜੀ ਤੌਰ ਤੇ ਮੈਨੂੰ ਚੰਗੇ ਨਹੀਂ ਲੱਗਦੇ, ਪਰ ਮੈਂ ਸਟੇਟਲੀ ਵੇਖਾਂ ਤੇ ਆਉਣੇ ਚਾਹੀਦੇ ਨੇ। ਤੇ ਲੋਕਾਂ ਦਾ ਬਹੁਤ ਜ਼ਿਆਦਾ ਰੁਝਾਨ ਹੈ। ਮੇਰਾ ਇੱਕ ਮੰਨਣਾ ਕਿ ਅਕਾਲੀ ਤੇ ਕਾਂਗਰਸੀ, ਮੈਂ ਦੋਵਾਂ ਨਾਲ ਕੰਮ ਕੀਤਾ ਔਰ ਬੜਾ ਮਤਲਬ ਨੇੜ ਤੋਂ ਕੀਤਾ। ਪੰਜਾਬ 'ਚ ਬਦਲਾਅ ਆਉਣਾ ਚਾਹੀਦਾ, ਚਾਹੇ ਉਹ ਆਮ ਆਦਮੀ ਪਾਰਟੀ ਦੇ ਰੂਪ 'ਚ ਆਵੇ ਤੇ ਚਾਹੇ ਬੀਜੇਪੀ ਦੇ ਰੂਪ 'ਚ ਆਵੇ। ਮਤਲਬ ਤੁਸੀਂ ਜੇ ਬੀਜੇਪੀ ਵੀ ਸਰਕਾਰ ਇੱਥੇ ਬਣਾਉਂਦੀ ਤੇ ਮੇਰਾ ਖਿਆਲ ਆ ਵੀ ਸਾਨੂੰ ਦਿੱਲੀ ਤੋਂ ਕਈ ਕੁਛ, ਪੰਜਾਬ ਅੱਜ ਕੱਲ੍ਹ ਵੈਂਟੀਲੇਟਰ ਤੇ ਹੈ। ਅਸੀਂ ਪੰਜਾਬੀ ਕੀ ਕਰਦੇ ਹਾਂ, ਮੁੱਛਾਂ ਨੂੰ ਵੱਟ ਦੇਈ ਜਾਣਾ ਵੀ ਪੱਲੇ ਸਾਡੇ ਕੱਖ ਨਹੀਂ ਪੰਜਾਬੀਆਂ ਦੇ, ਨਾ ਸਾਡੇ ਬੱਚਿਆਂ ਕੋਲ ਰੁਜ਼ਗਾਰ ਹੈ, ਨਾ ਸਾਡੇ ਕੋਲ ਕੋਈ ਸਾਧਨ ਹੈ, ਪਰ ਸਾਡਾ ਮਤਲਬ ਅਸੀਂ ਵੇਰ ਕੇ ਰਹਿਣਾ ਵੀ ਜਿੱਦਾਂ ਭੁੱਖੇ ਨੰਗੇ ਵੇਰੇ ਰਹਿੰਦੇ ਆ ਨਾ। ਇਹਨਾਂ ਦੋਵਾਂ ਦੇ ਵਿੱਚ ਅਸਲ 'ਚ ਮੁਕਾਬਲਾ ਹੋਣਾ ਚਾਹੀਦਾ, ਬੀਜੇਪੀ ਤੇ ਝਾੜੂ ਦੇ ਵਿੱਚ। ਕਿਉਂਕਿ ਪਿਛਲਿਆਂ ਨੂੰ ਤੇ ਤੁਸੀਂ 15 ਸਾਲ ਵੇਖ ਲਿਆ, ਤੇ ਟਾਰਗੇਟ ਲੈ ਕੇ ਆਉਂਦੇ ਨੇ ਵੀ ਐਤਕੀ 500 ਕਰੋੜ ਕਮਾਇਆ ਐਮਐਲਏ ਨੇ, ਅਗਲੀ ਵਾਰੀ 1000 ਕਰੋੜ ਕਮਾਉਣਾ। ਪਰ ਸਾਡੇ ਲੋਕਾਂ ਦਾ ਉਧਰ ਧਿਆਨ ਨਹੀਂ ਜਾਣਾ। ਮਤਲਬ ਸਾਡਾ ਕੰਮ ਕੀ ਹੈ ਕਿ ਫਲਾਣਾ ਠੋਕਣਾ, ਵੀ ਇਹ ਨਹੀਂ ਵੇਖਣਾ ਵੀ ਜਿਤਾਉਣਾ ਕਿਹਨੂੰ ਹੈ। ਮਤਲਬ ਇਹੋ ਜੀ ਸੋਚ। ਮੈਂ ਤਾਂ ਲੋਕਾਂ ਨੂੰ ਕਹਿੰਦਾ ਕੋਈ ਚੰਗੇ ਕੈਂਡੀਡੇਟ, ਪੰਜਾਂ ਦਾ ਪਰਿਵਾਰ 'ਚ ਬਹਿ ਕੇ ਨਤਾਰਾ ਕਰੋ, ਆਪਣੇ ਗਰੁੱਪ 'ਚ ਬਹਿ ਕੇ ਨਤਾਰਾ ਕਰੋ ਕਿ ਯਾਰ ਇਹ ਪੜ੍ਹਿਆ ਲਿਖਿਆ, ਇਹ ਨਵਾਂ, ਇਹਨੂੰ ਕੋਈ ਮੌਕਾ ਦੇ ਦਿੱਤਾ ਜਾਵੇ। ਕੈਂਡੀਡੇਟ ਵਾਈਜ਼ ਚੋਣ ਹੋਵੇ ਤੇ ਮੇਰੇ ਖਿਆਲ ਸੂਬੇ ਦਾ ਕੋਈ ਸੁਧਾਰ ਹੋ ਸਕਦਾ। ਪਰ ਇੰਨੀ ਸਮਝ ਨਾ ਲੋਕਾਂ ਨੂੰ ਹੈ। ਜੇ ਮੈਨੂੰ ਲੱਗਦਾ ਵੀ ਇੰਨੀ ਸਮਝ ਹੈਗੀ ਹੈ ਤੇ ਮੈਂ ਵੀ ਕਿਸੇ ਨਾ ਕਿਸੇ ਇਲੈਕਸ਼ਨ ਦੇ ਵਿੱਚ ਖੜਾ ਹੋ ਜਾਂਦਾ, ਕਿਸੇ ਨਾ ਕਿਸੇ ਹਲਕੇ ਤੋਂ। ਇੱਥੇ ਖੀਰ ਲਕੀਰ ਦੇ ਫਕੀਰ, ਹੁਣ ਤੁਸੀਂ ਦੇਖੋ ਪੈਸੇ ਨਾਲ ਵੋਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੋਂ ਤੱਕ ਮਤਲਬ ਲੱਗ ਰਿਹਾ ਕਿ ਇੱਕ ਘਰ ਦੇ ਉੱਤੇ ਝੰਡਾ ਲਾਉਣਾ ਤੇ ਐਡੇ ਜਿਨ੍ਹਾਂ ਦੋਵਾਂ ਦੀ ਤੁਸੀਂ ਪੈਸੇ ਵੱਲੋਂ ਤੇ ਬੜੇ ਧਨਾੜ ਨੇ, ਮਤਲਬ ਸਿੱਧੂ ਤੇ ਮਜੀਠੀਆ, ਤੇ ਸਿਆਸੀ ਤੌਰ ਤੇ ਮਾਨਸਿਕ ਤੌਰ ਤੇ ਨੰਗ ਲੋਕ ਨੇ ਉਹ। ਮਤਲਬ ਉਹ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਝੰਡਾ ਲਾਉਣ ਦਾ 1000 ਰੁਪਈਆ ਦੇ ਰਹੇ ਨੇ। ਤੇ ਇਸ ਤਰੀਕੇ ਲੋਕਾਂ ਦੀ ਤੁਸੀਂ ਦੇਖੋ ਮਾਨਸਿਕਤਾ ਕਿੱਦਾਂ ਸੈੱਟ ਕੀਤੀ ਜਾਂਦੀ ਹੈ। ਸਾਨੂੰ ਬੱਚੇ ਸਮਝਿਆ ਜਾਂਦਾ, ਟੀਵੀ ਦੇ ਉੱਤੇ ਐਡ ਆਉਂਦੀ ਹੈ ਨਾ, ਕੁਰਕਰੇ ਚਿਪਸ, ਤੇ ਤੁਹਾਡਾ ਬੱਚਾ ਰੌਲਾ ਪਾਉਂਦਾ ਮੈਨੂੰ ਪਾਪਾ ਇਹੀ ਲੈ ਕੇ ਦਿਓ। ਇਸ ਤਰੀਕੇ ਅਸੀਂ ਵੱਡੇ ਲੋਕ ਵੀ ਇਹ ਬੱਚਿਆਂ ਦੀ ਇਹ 'ਚ ਹੀ ਆ ਜੇ। ਸਾਨੂੰ ਉਹ ਗਾਣਾ ਚਲਾਇਆ ਜਾ ਰਿਹਾ, ਵੀਰ ਸੁਖਬੀਰ ਵੀਰ ਸੁਖਬੀਰ। ਉਹਦੇ 'ਚ ਕੀ ਵਧੀਆ? ਮਤਲਬ ਵੀਰ ਸੁਖਬੀਰ ਆ ਰਿਹਾ, ਸਿਰਫ ਲੋਕਾਂ ਨੂੰ ਉਹ ਮਿਊਜ਼ਿਕ ਚੰਗਾ ਲੱਗਾ, ਕਿਸੇ ਕੰਪਨੀ ਨੂੰ ਪੈਸੇ ਬਹੁਤ ਦਿੱਤੇ ਹੋਣਗੇ, ਕੋਈ ਡੀਜੇ ਦੇ ਉੱਤੇ ਨੱਚ ਰਿਹਾ ਵੀਰ ਸੁਖਬੀਰ ਗਾਣਾ। ਤੇ ਇੱਕ ਵਾਰੀ ਉਹ ਵੀ ਆਇਆ ਸੀਗਾ ਕੋਲਾਵੇਰੀ ਕੋਲਾਵੇਰੀ, ਤੇ ਤੁਹਾਨੂੰ ਸਮਝ ਹੈਗੀ ਕੋਲਾਵੇਰੀ ਕੀ ਸੀਗਾ? ਉਹਦਾ ਮਿਊਜ਼ਿਕ ਚੰਗਾ ਸੀਗਾ ਤੇ ਲੋਕੀ ਸੁਣਦੇ ਸੀ। ਇਸ ਤਰੀਕੇ ਮਾਰਕੀਟਿੰਗ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਦਿਮਾਗ 'ਚ ਇਹ ਚੱਲੇ, ਬੱਚੇ ਉਹ ਗਾਣੇ ਦੇ ਉੱਤੇ ਨੱਚਦੇ ਨੇ ਤੇ ਮਾਂ ਪਿਓ ਸੋਚਦਾ ਵੀ ਯਾਰ ਸੁਖਬੀਰ ਸੁਖਬੀਰ ਕਰ ਰਿਹਾ ਬੱਚਾ ਮੇਰਾ, ਤੇ ਇੱਕ ਧਾਰਨਾ ਜਿਹੜੀ ਸੈੱਟ ਹੋ ਰਹੀ ਹੈ। ਇਸ ਤਰੀਕੇ ਆ ਸੜਕਾਂ ਬਣਾਈਆਂ, ਆ ਕੀਤਾ ਸੁਖਬੀਰ ਨੇ ਆਪਣੇ ਪਿਓ ਦੀ ਪੈਲੀ ਵੇਚ ਕੇ ਬਣਾਈਆਂ ਸੜਕਾਂ ਬਣਾਈਆਂ, ਤੇ ਚੋਂ ਪੈਸੇ ਵੀ ਖਾਦੇ ਨੇ, ਕਮਿਸ਼ਨ ਵੀ, ਹੋਟਲ ਵੀ ਤੇ ਆਪਣੇ ਇਹਨਾਂ 'ਚੋਂ ਬਣੇ ਨੇ ਨਾ। ਉਹ ਸਾਡਾ ਰਾਈਟ ਹੈ ਇਹ ਕਹਿਣਾ ਕਿ ਉੱਥੋਂ 4 ਲੇਨ ਕੱਢ ਦਿੱਤੀ, ਉੱਥੋਂ ਪੁਲ ਕੱਢ ਦਿੱਤਾ। ਇਨਫਰਾਸਟ੍ਰਕਚਰ ਜੇ ਤੁਹਾਡਾ ਸਹੀ ਨਹੀਂ ਹੋਊਗਾ ਤੇ ਅੱਗੋਂ ਤੁਹਾਡਾ ਦੇਸ਼, ਇਹ ਸਮੇਂ ਦੀ ਲੋੜ ਹੈ ਜਿਹਦੇ ਨਾਲ ਅੱਜ ਤੋਂ 10 ਸਾਲ ਬਾਅਦ ਕੋਈ ਆ ਜੇ, ਆਮ ਆਦਮੀ ਵਾਲੇ ਆ ਜਾਣ, ਬੀਜੇਪੀ ਵਾਲੇ ਆ ਜਾਣ, ਅਕਾਲੀ ਆ ਜਾਣ, ਇਸ ਤੋਂ ਵੀ ਚੌੜੀਆਂ ਸੜਕਾਂ ਹੋਣਗੀਆਂ ਤੇ ਮੈਂ ਕਹਾਂ ਵੀ ਮੈਂ ਉਹ ਐਮਐਲਏ ਸੀਗਾ ਤੇ ਮੈਂ ਬਣਾਈਆਂ। ਇਹ ਮੰਦਬੁੱਧੀ ਦਾ ਪ੍ਰਤੀਕ ਹੈ ਸਾਡੀ ਦਾ। ਮਤਲਬ ਜਿਹੜਾ ਕੰਮ ਕਰਨ ਵਾਲਾ ਸਮੇਂ ਦੇ ਅਨੁਸਾਰ ਹੀ ਹੋਣਾ। ਸੁਖਬੀਰ ਹੋਣੀ ਕਹਿਣਗੇ ਕਿ ਮੇਰੇ ਖਿਆਲ 97 ਦੇ ਵਿੱਚ ਇਹਨਾਂ ਦੀ ਪਹਿਲੀ ਸਰਕਾਰ ਬਣੀ ਸੀ ਤੇ ਸਪਾਈਸ ਫੋਨ ਆਇਆ ਸੀਗਾ, ਉਦੋਂ ਕੰਪਨੀ ਇਹਨਾਂ ਨੇ ਆਪ ਚਲਾਈ ਸੀਗੀ। ਤੇ ਹੁਣ ਸੁਖਬੀਰ ਹੋਣੀ ਕਹਿਣਗੇ ਫੋਨ ਦੀ ਕਾਢ ਵੀ ਅਸੀਂ ਕੀਤੀ ਹੈ। ਇਹ ਤਾਂ ਨਹੀਂ ਨਾ, ਇਹ ਸਮੇਂ ਦੀ ਲੋੜ ਦੇ ਅਨੁਸਾਰ ਚੱਲਦਾ ਰਹਿੰਦਾ ਸਾਰਾ ਸਿਸਟਮ। ਉਹਦਾ ਸਿਹਰਾ ਆਪ ਲੈਣਾ, ਸਿਰਫ ਬੱਚਿਆਂ ਦੇ ਮਨ ਦੇ ਵਿੱਚ ਆ ਗਾਣੇ ਮਿਊਜ਼ਿਕ ਇਹੋ ਜਿਹੇ ਤਿਆਰ ਕਰਨੇ। ਤੁਸੀਂ ਕੰਮ ਚੰਗੇ ਕੀਤੇ ਗਿਣਾਓ ਨਾ ਕਿ ਯਾਰ ਅਸੀਂ ਆ ਦਰਬਾਰ ਸਾਹਿਬ ਆ ਸੁਧਾਰ ਕੀਤਾ, ਸਾਡੇ ਵੇਲੇ ਆ ਕਰਪਸ਼ਨ ਨਹੀਂ ਹੋਈ, ਲੁੱਟ ਕੇ ਖਾ ਗਏ ਯਾਰ ਤੁਸੀਂ 10 ਸਾਲ ਮਤਲਬ 15 ਸਾਲ ਪੰਜਾਬ ਦਾ ਘਾਣ ਕਰ ਦਿੱਤਾ। ਬੱਚੇ ਨਸ਼ਿਆਂ ਦੇ ਵਿੱਚ ਤੁਸੀਂ ਜਾੜ ਦਿੱਤੇ, ਜਿਹੜੇ ਚੰਗੇ ਸੀਗੇ ਉਹ ਬਾਹਰ ਚਲੇ ਗਏ। ਤੇ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟਾਂ ਮੰਗਦੇ ਹੋ?
ਮੰਨਾ ਜੀ ਇੱਕ ਜਿਹੜੀ ਹੁਣ ਤੁਸੀਂ ਪਹਿਲਾਂ ਵੀ ਟਰੋਲ ਦਾ ਜ਼ਿਕਰ ਕਰ ਰਹੇ ਸੀਗੇ, ਅੱਜ ਕੱਲ ਉਹ ਟਰੋਲ ਹੋ ਰਿਹਾ ਜਿਹੜਾ ਨਵਜੋਤ ਸਿੱਧੂ ਦੀ ਵੀਡੀਓ ਵਾਇਰਲ ਹੋਈ ਹੈ ਜਿਸ 'ਚੋਂ ਕੁਛ ਕੁ ਜਿਹੜੇ ਇਸ਼ਾਰੇ ਕਰ ਰਹੇ ਨੇ ਉਸੇ ਨੂੰ ਲੈ ਕੇ ਹੁਣ ਜਿਹੜੇ ਬਿਕਰਮ ਮਜੀਠੀਆ ਉਹ ਉਹਨਾਂ ਤੇ ਕਹਿ ਰਹੇ ਨੇ ਕਿ ਜਾਦੂ ਟੋਣੇ ਵੀ ਨਹੀਂ ਚੱਲਣ ਦੇਣੇ ਇਸ ਵਾਰ ਅਸੀਂ, ਤੇ ਉਹਨਾਂ ਦੀ ਵਾਈਫ ਸਫਾਈਆਂ ਦੇ ਰਹੇ ਨੇ ਕਿ ਇਹ ਡੰਗਰ ਨੇ, ਇਹਨਾਂ ਨੂੰ ਸਮਝ ਨਹੀਂ ਆਉਣਾ ਉਹ ਮੈਡੀਟੇਸ਼ਨ ਹੁੰਦੀ ਹੈ। ਸੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਨਾਂ ਚੀਜ਼ਾਂ ਬਾਰੇ ਕੀ ਲੱਗਦਾ ਤੁਹਾਨੂੰ? ਦੇਖੋ ਮੈਂ ਵੀ ਉਹ ਵੀਡੀਓ ਦੇਖੀ। ਪਹਿਲੀ ਗੱਲ ਤੇ ਸਿੱਧੂ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਉਹ ਪਬਲਿਕ ਪਲੇਸ 'ਚ ਤੁਹਾਨੂੰ ਉਹ ਕਰਨਾ ਨਹੀਂ ਚਾਹੀਦਾ। ਦੂਜਾ ਇਹ ਕਿੱਡੀ ਕੁ ਵੱਡੀ ਗੱਲ ਹੈ ਯਾਰ, ਕਿਸੇ ਬੰਦੇ ਨੇ ਆਪਣੇ ਮੂੰਹ ਤੋਂ ਐ ਕੀਤਾ, ਉਹਦੀ ਕੀ ਧਾਰਨਾ ਹੈ। ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦਾ ਮਜ਼ਾਕ ਉਡਾਇਆ ਕਿ ਨਵਜੋਤ ਸਿੰਘ ਸਿੱਧੂ ਕਹਿੰਦਾ ਮੇਰੇ ਲਾਗੇ ਆ ਗਏ ਪਹਿਲੀ ਮੀਟਿੰਗ ਦੇ ਵਿੱਚ, ਉਹਨਾਂ ਨੇ ਸ਼ਿਵਲਿੰਗ ਟੇਬਲ ਦੇ ਉੱਤੇ ਰੱਖ ਲਿਆ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਮੈਂ 3 ਘੰਟੇ ਸਵੇਰੇ ਮੈਡੀਟੇਸ਼ਨ ਕਰਦਾ, 3 ਘੰਟੇ ਮੈਂ ਸ਼ਾਮ ਨੂੰ ਮੈਡੀਟੇਸ਼ਨ ਕਰਦਾ, ਔਰ ਉਸ ਦੌਰਾਨ ਇੱਕ ਘੰਟਾ ਮੈਂ ਰੱਬ ਨਾਲ ਗੱਲਾਂ ਕਰਦਾ। ਔਰ ਕੈਪਟਨ ਅਮਰਿੰਦਰ ਸਿੰਘ ਸਵਾਲ ਕਰਦੇ ਨੇ ਰੱਬ ਨਾਲ ਕੀ ਗੱਲਾਂ ਕਰਦਾ? ਉਹ ਕਹਿੰਦਾ ਮੈਂ ਰੱਬ ਨੂੰ ਪੁੱਛਦਾ ਮੀਂਹ ਪਏਗਾ, ਫਸਲ ਚੰਗੀ ਹੋਏਗੀ। ਔਰ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਉਡਾਇਆ। ਮੈਂ ਇਹਨੂੰ ਮਜ਼ਾਕ 'ਚ ਨਹੀਂ ਲੈਂਦਾ। ਮੈਂ ਤੁਸੀਂ ਸਰਦਾਰ ਹੋ ਕਿਹੜੇ ਧਰਮ ਤੋਂ? ਗੁਰਦੁਆਰੇ ਜਾਂਦੇ ਹੋ, ਮੰਦਿਰ ਜਾਂਦੇ ਹੋ? ਮੈਂ ਗੁਰਦੁਆਰੇ ਵੀ ਜਾਂਦਾ, ਮੈਂ ਮੰਦਿਰ ਵੀ ਜਾਂਦਾ। ਹੁਣ ਆਪਣੇ ਪ੍ਰਮਾਤਮਾ ਨੂੰ, ਇਹ ਸਾਰ ਜੀ ਵੀ ਖੜੇ ਨੇ, ਮੈਂ ਸਾਰਿਆਂ ਨੂੰ ਕੁਐਸਚਨ ਕਰ ਲੈਣਾ, ਆਪਣੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਕੇ ਕਿਉਂ? ਮੈਂ ਸਵੇਰੇ ਗੁਰਦੁਆਰਾ ਸਾਹਿਬ ਜਾਂਦਾ, ਮੈਂ ਅੱਖਾਂ ਬੰਦ ਕਰਕੇ ਆਪਣੇ ਬਾਬੇ ਨਾਲ ਗੱਲਾਂ ਕਰਦਾ ਕਿ ਰੱਬਾ ਮੈਨੂੰ ਆਹ ਚਾਹੀਦਾ, ਮੈਨੂੰ ਸ਼ੌਹਰਤ ਨਹੀਂ। ਕਿਹੜਾ ਬੰਦਾ ਨਹੀਂ ਕਰਦਾ? ਮੇਰੇ ਫਾਦਰ ਮਦਰ ਨਹੀਂ ਹੈਗੇ, ਮੈਂ ਉਹਨਾਂ ਦੀ ਫੋਟੋ ਅੱਗੇ ਖਲੋ ਕੇ ਵੀ ਕਰਦਾ, ਮੈਨੂੰ ਆਸ਼ੀਰਵਾਦ ਦਿਓ। ਮਤਲਬ ਆਪਣੇ ਰੱਬ ਨਾਲ ਗੱਲਾਂ ਹਰ ਬੰਦਾ ਕਰਦਾ। ਉਹਨੇ ਥੋੜਾ ਵਧਾ ਚੜਾ ਕੇ ਕਰ ਲਿਆ ਕਿ ਰੱਬ ਮੈਨੂੰ ਅੱਗੋਂ ਕਦੋਂ ਕੀ ਕਹਿ ਰਿਹਾ। ਮੈਂ ਯਕੀਨ ਕਰੋ ਜਦੋਂ ਮੈਂ ਮੱਥਾ ਟੇਕਦਾ, ਮੈਂ ਅੱਖਾਂ ਬੰਦ ਕਰਦਾ ਤੇ ਮੈਂ ਆਪਣੇ ਬਾਬਾ ਦੀਪ ਸਿੰਘ ਨੂੰ ਕਹਿੰਦਾ ਕਿ ਬਾਬਾ ਜੀ ਮੈਨੂੰ ਆਸ਼ੀਰਵਾਦ ਦਿਓ, ਤੇ ਮੈਨੂੰ ਐ ਮਹਿਸੂਸ ਹੁੰਦਾ, ਮਤਲਬ ਉਹ ਮੈਂ ਅਜ਼ਿਊਮ ਕਰ ਰਿਹਾ, ਮਤਲਬ ਸੋਚ ਰਿਹਾ ਕਿ ਮੇਰੇ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਿਆ। ਉਹ ਮੈਨੂੰ ਕਹਿੰਦਾ ਡਰ ਜਾ, ਪਰਵਾਹ ਨਹੀਂ ਕਰਨੀ। ਇਹਦਾ ਮਤਲਬ ਉਹ ਮੇਰੇ ਨਾਲ ਗੱਲਾਂ ਕਰ ਰਿਹਾ ਜਾਂ ਮੇਰੇ ਮਨ ਦੇ ਵਿੱਚ ਇਹ ਸੋਚ ਹੈ, ਤੇ ਉਹਦਾ ਤੁਸੀਂ ਮਜ਼ਾਕ ਕਿਉਂ ਉਡਾਉਂਦੇ ਹੋ? ਮਤਲਬ ਫਿਰ ਕੀ ਉਹਨੇ ਜੇ ਵਧਾ ਚੜਾ ਕੇ ਗੱਲਾਂ ਕਰ ਲਈਆਂ ਤੇ ਫਿਰ ਕਿੱਡੀ ਕੁ ਗੱਲ ਹੈ? ਇਹਨਾਂ ਚੀਜ਼ਾਂ ਨੂੰ ਕੱਲ ਵੀ ਉਹਦੀ ਵੀਡੀਓ ਵਾਇਰਲ ਹੋਈ, ਉਹਨੇ ਮੂੰਹ ਦੇ ਉੱਤੇ ਇਸ ਤਰ੍ਹਾਂ ਕੀਤਾ। ਕੀ ਹੈ ਨਾ ਯਾਰ, ਇਹਦੇ ਨਾਲ ਸਟੇਟ ਰੈਵਨਿਊ ਦਾ ਕੀ ਲੈਣਾ ਦੇਣਾ? ਪਿੱਛੇ ਜਿਹੀ ਉਹਦੀ ਭੈਣ ਮਤਲਬ ਕੱਢ ਲਿਆਂਦੀ। ਤੁਸੀਂ ਮੇਰੀਆਂ 4 ਸਾਲ ਪੁਰਾਣੀਆਂ ਫੇਸਬੁੱਕ ਦੇ ਉੱਤੇ ਦੇਖੋ ਸਟੋਰੀਜ਼। ਮੈਂ ਉਹਦੇ 'ਚ ਬੋਲਿਆ ਸੀਗਾ ਕਿ ਸਿੱਧੂ ਸਾਹਿਬ ਤੁਸੀਂ ਆਪਣੀ ਮਾਂ ਨਾਲ ਚੰਗਾ ਸਲੂਕ ਨਹੀਂ ਕੀਤਾ, ਤੁਸੀਂ ਆਪਣੇ ਪਰਿਵਾਰ ਨਾਲ ਚੰਗਾ ਸਲੂਕ ਨਹੀਂ ਕੀਤਾ। ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਉਹ ਮੈਨੂੰ ਤਾਂ ਲੱਗਦਾ ਸੀਗਾ ਤੁਸੀਂ ਝੂਠ ਮਾਰਦੇ ਹੋ, ਮੇਰੀ ਮਾਂ ਮੈਨੂੰ ਨਨਕਾਣਾ ਸਾਹਿਬ ਲੈ ਗਈ, ਫਲਾਣਾ ਲੈ ਗਈ। 5 ਸਾਲ ਦੇ ਸੀਗੇ ਤੁਸੀਂ ਤੇ ਤੁਹਾਡੀ ਮਾਂ ਤੁਹਾਨੂੰ ਛੱਡ ਗਈ ਸੀਗੀ, ਫਿਰ ਝੂਠ ਕਿਉਂ ਬੋਲਦੇ ਹੋ? ਔਰ ਉਹ ਚੀਜ਼ ਮੈਨੂੰ ਗੁੱਸੇ 'ਚ ਬੋਲੀ ਸੀ। ਉਹ ਆਪਣੀ ਮਾਂ ਨਾਲ ਕੀ ਸਲੂਕ ਕਰਦਾ, ਤੁਸੀਂ ਆਪਣੇ ਮਦਰ ਨਾਲ ਕੀ ਸਲੂਕ ਕਰਦੇ? ਇਹਦੇ ਨਾਲ ਕੋਈ ਸਟੇਟ ਰੈਵਨਿਊ ਦਾ ਲਾਸ ਹੈ? ਮਤਲਬ ਗੱਲਾਂ ਲੌਜਿਕ ਨਾਲ ਕਰੋ ਨਾ। ਤੇ ਮੈਂ ਬਿਕਰਮ ਮਜੀਠੀਆ ਨੂੰ ਕਿਹਾ ਸੀਗਾ ਤੇਰੀ ਭੈਣ ਵੀ 10 ਸਾਲ ਬਾਅਦ ਪ੍ਰੈਸ ਕਾਨਫਰੰਸ ਕਰੇਗੀ। 2022 ਆ, 2032 'ਚ ਉਹ ਵੀ ਕਹੂਗੀ ਵੀ ਮੇਰਾ ਘਰ ਖਾ ਗਿਆ, ਸਾਡੇ ਪੱਲੇ ਕੱਖ ਨਹੀਂ ਰਿਹਾ। ਤੇਰੇ ਘਰ 'ਚ 20 ਕਲੇਸ਼ ਹੋਏ ਨੇ, ਮਨਪ੍ਰੀਤ ਨਾਲ ਤੇਰੇ ਐਡੇ ਵੱਡੇ ਲੇਖ ਲੱਗੇ ਕਿ ਤੈਨੂੰ ਵਿਆਹ ਦੇ ਵਿੱਚ ਚਪੇੜੀ ਤੁਸੀਂ ਹੋਏ ਹੋ, ਤੇ ਗਾਂ ਕਿਤੇ ਕਰੀ ਗੱਲ ਤੇ ਉਹ ਵੀ ਖੁਲਾਸੇ ਕਰ ਦਿਆਂਗੇ। ਇਹ ਘਰ ਦੀ ਲੜਾਈ, ਇਹਦੇ ਨਾਲ ਸਟੇਟ ਨੇ ਕੀ ਲੈਣਾ ਦੇਣਾ? ਮਤਲਬ ਸਾਨੂੰ ਇਹ ਨਹੀਂ ਦੇਖਣਾ ਉਹਨੇ ਆਪਣੀ ਮਾਂ ਨਾਲ ਕੀ ਸਲੂਕ ਕੀਤਾ, ਉਹਨੇ ਆਪਣੇ ਮੂੰਹ ਦੇ ਉੱਤੇ ਹੱਥ ਫੇਰ ਕੇ ਕੀ ਕੀਤਾ। ਅਸੀਂ ਇਹ ਦੇਖਣਾ ਕਿ ਤੂੰ ਸਾਡੀ ਸਟੇਟ ਨਾਲ ਕੀ ਸਲੂਕ ਕੀਤਾ ਮੰਤਰੀ ਹੁੰਦਿਆਂ। ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਨਾ, ਸਿਰਫ ਲੋਕਾਂ ਦਾ ਧਿਆਨ ਉਲਝਾਉਣ ਲਈ ਉਹਦਾ ਉਨੀ ਕੁ ਮਤਲਬ ਉਹ ਕਰ ਲਿਆ। ਦੂਜੀ ਤੇ ਤੁਸੀਂ ਦੇਖੋ ਇੱਕ ਸਿੱਧੂ ਦੀ ਵੀਡੀਓ ਵਾਇਰਲ ਹੋਈ ਸੀ। ਮੈਂ ਕੋਈ ਫੇਵਰ ਨਹੀਂ ਕਰ ਰਿਹਾ, ਮੈਂ ਦੋਵਾਂ ਨੂੰ ਕਹਿੰਦਾ ਸਪਸ਼ਟ ਕੁੱਤੇ ਆਦਮੀ ਨੇ ਦੋਵੇਂ, ਸਟੇਟ ਤਬਾਹ ਕਰਨ ਵਾਲੇ ਆਦਮੀ ਨੇ। ਜੇ ਫਰਕ ਵੇਖੋ ਤੇ ਬਿਕਰਮ ਬਹੁਤ ਜ਼ਿਆਦਾ ਵੱਡਾ ਕੁੱਤਾ ਹੈ, ਜਿਹਨੂੰ ਮਤਲਬ ਕਹਿ ਲਓ ਡਾਗੀ ਆ ਉਹ। ਤੁਸੀਂ ਦੇਖੋ ਕਿ ਇਹੋ ਜਿਹੇ ਤਰੀਕੇ, ਇਹੋ ਜਿਹੇ ਮਤਲਬ ਸੋਚ ਦੇ ਨਾਲ ਤੁਸੀਂ ਇਹ ਕੰਮ ਕਰਦੇ ਹੋ। ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਕਿ ਆਪਣੇ ਤੌਰ ਦੇ ਉੱਤੇ ਕੀ ਕਰ ਰਿਹਾ। ਪਿੱਛੇ ਮੈਂ ਦੱਸ ਰਿਹਾ ਸੀਗਾ ਕਿ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਲੋਕਾਂ ਨੇ ਘਰਾਂ ਦੇ ਬੂਹੇ ਨਹੀਂ ਖੋਲ੍ਹੇ। ਉਹ ਵੀਡੀਓ ਕਿੰਨੀ ਦੇਰ ਦੀ ਸੀਗੀ? ਮਹਿਜ 6 ਸੈਕਿੰਡ ਦੀ। ਉਹਦੇ 'ਚ ਕੀ ਹੁੰਦਾ, ਮੈਂ ਇਲੈਕਸ਼ਨ ਲੜੀ, ਤੁਸੀਂ ਡੋਰ ਟੂ ਡੋਰ ਤੁਸੀਂ ਕਰ ਰਹੇ ਹੋ, ਤੁਹਾਡੀ ਮਤਲਬ ਵਾਈਫ ਕਰ ਰਹੀ ਹੈ ਜਾਂ ਤੁਹਾਡਾ ਬੱਚਾ ਕੋ ਕਰ ਰਿਹਾ। ਅਸੀਂ ਇੱਕਸਾਰ ਗਲੀ ਦੇ ਵਿੱਚ ਬੂਹੇ ਖੜਕਾਈ ਜਾ ਰਹੇ ਹਾਂ। ਕੋਈ ਘਰ ਦੇ ਵਿੱਚ ਨਹੀਂ ਹੈਗਾ, ਕੋਈ ਬਜ਼ੁਰਗ ਹੈ, ਕੋਈ ਮੇਰੇ ਨਾਲ ਨਾਰਾਜ਼ ਹੀ ਹੋ ਸਕਦਾ ਹੈ, ਜਾਂ ਤੇ ਉਹ ਲੰਮਾ ਹੀ ਤੁਸੀਂ ਦਿਖਾਉਂਦੇ ਨਾ ਸਾਰੀ ਗਲੀ ਨੇ ਬੂਹੇ ਨਹੀਂ ਖੋਲੇ। ਮਤਲਬ ਇਸ ਤਰੀਕੇ ਹੋਛੀ ਰਾਜਨੀਤੀ, ਉਹਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਨਾਲ ਕੋਈ ਪਬਲਿਕ ਨੂੰ ਫਾਇਦਾ ਨਹੀਂ ਨਾ ਹੋ ਰਿਹਾ। ਤੁਸੀਂ ਮੁੱਦਿਆਂ ਦੀ ਗੱਲ ਕਰੋ ਯਾਰ, ਪੰਜਾਬ ਨੂੰ ਸੁਧਾਰਨ ਦੀ ਗੱਲ ਕਰੋ, ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ ਦੀ ਮਾਫੀ ਮਤਲਬ ਤੁਸੀਂ ਮੰਗੋ ਲੋਕਾਂ ਕੋਲੋਂ। ਇੰਨਾ ਨਸ਼ਾ ਫੈਲਾ ਕੇ ਅੱਜ ਤੁਸੀਂ ਨਸ਼ੇ ਦੇ ਸਮਗਲਰ ਬਣ ਕੇ ਤੁਸੀਂ ਮਤਲਬ ਵੋਟਾਂ ਮੰਗਦੇ ਹੋ, ਤੇ ਜਿਹੜੇ ਲੋਕ ਤੁਹਾਨੂੰ ਵੋਟਾਂ ਪਾਉਣਗੇ, ਮੈਂ ਤਾਂ ਲੋਕਾਂ ਨੂੰ ਕਹਿਣਾ ਕਿ ਯਾਰ ਮੁਕਾਬਲਾ ਤਿੰਨਾਂ 'ਚ ਰੱਖਿਓ। ਸਭ ਤੋਂ ਬੈਸਟ ਕੈਂਡੀਡੇਟ ਉੱਥੇ ਮੇਰੇ ਖਿਆਲ ਬੀਜੇਪੀ ਦਾ ਹੈ, ਮਿਸਟਰ ਉਹ ਜਗਮੋਹਨ ਸਿੰਘ ਰਾਜੂ ਨੇ। ਇੱਕ ਬੰਦਾ ਆਈਐਸ ਦੀ ਨੌਕਰੀ ਛੱਡ ਕੇ ਆਇਆ, 2-3 ਸਾਲ ਉਹਦੀ ਨੌਕਰੀ ਪਈ ਸੀਗੀ। ਉਸ ਬੰਦੇ ਨੇ ਕੋਈ ਸੈਕਰੀਫਾਈਸ ਤੇ ਕੀਤਾ ਨਾ, ਮੈਂ ਕੋਈ ਸਪੋਰਟ ਨਹੀਂ ਕਰਦਾ। ਪਰ ਸਾਡੀ ਅੰਮ੍ਰਿਤਸਰੀਆਂ ਦੀ ਆਦਤ ਕੀ ਹੈ, ਅਸੀਂ ਕੋਈ ਚੱਜ ਦੀ ਚੀਜ਼ ਨਹੀਂ ਵੇਖਣੀ, ਅਸੀਂ ਵੇਖਣਾ ਯਾਰ ਉਹਨੂੰ ਠੋਕਣਾ। ਅਰੁਣ ਜੇਤਲੀ ਇੱਥੋਂ ਇਲੈਕਸ਼ਨ ਲੜਦੇ ਨੇ। ਅਰੁਣ ਜੇਤਲੀ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਮੁਕਾਬਲਾ ਹੈਗਾ ਸੀਗਾ? ਸਾਰੀ ਦੁਨੀਆ ਨੂੰ ਪਤਾ ਸੀਗਾ ਕਿ ਅਰੁਣ ਜੇਤਲੀ ਦੂਜੇ ਨੰਬਰ ਦਾ ਮਿਨਿਸਟਰ ਬਣੇਗਾ ਪ੍ਰਧਾਨ ਮੰਤਰੀ ਤੋਂ ਬਾਅਦ, ਚਾਹੇ ਉਹ ਫਾਈਨਾਂਸ ਮਿਨਿਸਟਰ ਬਣੇ, ਚਾਹੇ ਉਹ ਰੱਖਿਆ ਮੰਤਰੀ ਬਣੇ, ਚਾਹੇ ਉਹ ਗ੍ਰਹਿ ਮੰਤਰੀ ਬਣੇ। ਉਹ ਫਾਈਨਾਂਸ ਮਿਨਿਸਟਰ ਬਣਦੇ ਨੇ। ਅਸੀਂ ਉਹਨਾਂ ਨੂੰ ਹਰਾ ਦਿੱਤਾ।
ਦੂਜੀ ਥਾਂ ਤੇ ਇਲੈਕਸ਼ਨ ਲੜਨ ਆਉਂਦੇ ਨੇ ਹਰਦੀਪ ਪੁਰੀ ਦਾ ਕੋਈ ਲੋਕਲ ਕੈਂਡੀਡੇਟ ਨਾਲ ਮੁਕਾਬਲਾ ਸੀਗਾ, ਪਰ ਅਸੀਂ ਨਹੀਂ ਜੀ ਇਹ ਨਹੀਂ ਜਿੱਤਣ ਦੇਣਾ। ਤੀਜੇ ਮੇਰੇ ਖਿਆਲ ਜਗਮੋਹਨ ਸਿੰਘ ਰਾਜੂ ਆਏ ਤੇ ਮੈਂ ਕਿਹਾ ਆਹੀ ਲੋਕ ਉਹ ਆ, ਹਰਾ ਕੇ ਅਸੀਂ ਤੁਹਾਨੂੰ ਵੀ ਘੱਲ ਦੇਣਾ। ਉਸ ਤੋਂ ਬਾਅਦ ਅਸੀਂ ਪਛਤਾਉਂਦੇ ਆ ਵੀ ਯਾਰ ਇਹ ਬੰਦਾ ਜਿੱਤ ਜਾਂਦਾ ਤੇ ਠੀਕ ਹੈ। ਮਤਲਬ ਸੋਚ ਕੈਂਡੀਡੇਟ ਤੇ ਦੇਖੋ ਨਾ, ਇਹਨਾਂ ਦੋ ਨਾਲੋਂ ਮਤਲਬ ਬੈਸਟ ਕੈਂਡੀਡੇਟ ਤੁਹਾਡਾ ਮੁਕਾਬਲਾ ਉੱਥੇ ਬੀਜੇਪੀ ਦਾ ਤੇ ਝਾੜੂ ਦਾ ਹੋਣਾ ਚਾਹੀਦਾ। ਇਹਨਾਂ ਲੋਕਾਂ ਨੂੰ ਤੇ ਵੋਟ ਪੈਣੀ ਨਹੀਂ ਚਾਹੀਦੀ, ਇਹਨਾਂ ਦੋਵਾਂ ਦਾ ਜਿਹੜਾ ਹੰਕਾਰ ਉਹ ਟੁੱਟਣਾ ਚਾਹੀਦਾ। ਪਰ ਸਮਝ ਨਹੀਂ ਹੈ, ਦੋਵਾਂ ਦਾ ਚਿਹਰਾ ਬੜਾ ਵੱਡਾ ਹੈ, ਮਤਲਬ ਔਰਾ ਇੱਕ ਆਪਣੇ ਆਪ ਦੇ ਵਿੱਚ, ਤੇ ਇਸ ਕਰਕੇ ਲੋਕ ਗੁੰਮਰਾਹ ਵੀ ਹੁੰਦੇ ਨੇ ਤੇ ਭੀੜ ਵੀ ਇਹਨਾਂ ਦੇ ਆਲੇ ਦੁਆਲੇ ਜੁਟਦੀ ਹੈ। ਮੰਨਾ ਜੀ, ਇੱਕ ਤੁਸੀਂ ਮੁੱਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਪੰਜਾਬ ਮਾਡਲ ਹੈ ਨਵਜੋਤ ਸਿੱਧੂ ਦਾ, ਜਿਹੜਾ ਹੁਣ ਤੋਂ ਪਿਛਲੇ ਕਈ ਮਹੀਨਿਆਂ ਤੋਂ ਉਹਦੀ ਜਿਹੜੀ ਝਲਕ ਹੈ ਦਿਖਾਉਂਦੇ ਨਜ਼ਰ ਆਉਂਦੇ ਸੀਗੇ, ਤੇ ਵਾਰ-ਵਾਰ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਵੀ ਕੀਤਾ ਗਿਆ ਸੀਗਾ ਕਿ ਹਾਈ ਕਮਾਂਡ ਨੂੰ ਕਿ ਮੈਨੂੰ ਮੌਕਾ ਦਿਓ, ਐਡਮਿਨਿਸਟ੍ਰੇਟਿਵ ਪਾਵਰ ਦਿਓ, ਫਿਰ ਮੈਂ ਇਹ ਆਪਣਾ ਪੰਜਾਬ ਮਾਡਲ ਦਾ ਦਿਖਾਊਂਗਾ ਕਿਵੇਂ ਕ੍ਰਾਂਤੀ ਆਉਂਦੀ ਹੈ। ਪਰ ਫਿਰ ਉਹਨਾਂ ਦੀ ਚਲੋ ਨਹੀਂ ਚੱਲੀ, ਚਰਨਜੀਤ ਸਿੰਘ ਚੰਨੀ ਨੂੰ ਸੀਐਮ ਫੇਸ ਡਿਕਲੇਅਰ ਕੀਤਾ, ਤੇ ਜਿਵੇਂ ਉਹ ਕਹਿ ਰਹੇ ਸੀ ਦਰਸ਼ਨੀ ਘੋੜਾ ਨਾ ਬਣਾਓ, ਦਰਸ਼ਨੀ ਘੋੜਾ ਬਣ ਕੇ ਰਹਿਣਾ ਪਊਗਾ। ਪੰਜਾਬ ਮਾਡਲ 'ਚ ਕਿੰਨੀ ਗੱਲਬਾਤ ਦੇਖਦੇ ਹੋ ਉਹਨਾਂ ਦੀ, ਜਿੰਨਾ ਕੁ ਤੁਸੀਂ ਸਟੱਡੀ ਕੀਤਾ ਹੁਣ ਤੱਕ? ਦੇਖੋ, ਨਵਜੋਤ ਸਿੰਘ ਸਿੱਧੂ ਕੋਰਾ ਝੂਠ। ਤੁਸੀਂ ਪੰਜਾਬ ਮਾਡਲ ਤੇ ਬੜੀ ਵੱਡੀ, ਮੈਂ ਇੱਕ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦੇਣ ਲੱਗਾ, ਜੇ ਤੂੰ ਜ਼ਿੰਦਗੀ 'ਚ ਸਿਆਸਤ 'ਚ ਕਾਮਯਾਬ ਹੋਣਾ ਤੇ ਭਰਾਵਾ ਆਪਣੀ ਘਰ ਦੀ ਨੌਕਰੀ ਫਿਰ ਲਵਾ ਦੇ। ਉਹ ਜਿੰਨਾ ਚਿਰ ਇੱਧਰ ਦਖਲ ਦਿੰਦੀ ਰਹੂਗੀ ਤੇਰਾ ਬੇੜਾ ਉਹਨੇ ਗਰਕ ਕਰਦੇ ਹੀ ਰਹਿਣਾ। ਮਤਲਬ ਤੁਸੀਂ ਪੰਜਾਬ ਮਾਡਲ ਗੱਲਾਂ ਕਰਦੇ ਹੋ, ਆਪਣੀ ਵਾਈਫ ਦੀ ਸਲਾਹ ਨਾਲ ਚੱਲਦਾ ਹੈ। ਕੋਈ ਗਲੀ ਵੀ ਬਣਨੀ ਹੋਵੇ ਤੇ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਬਣ ਸਕਦੀ। ਕੋਈ ਕਾਉਂਸਲਰ ਦੀ ਟਿਕਟ ਵੀ ਦੇਣੀ ਹੈ ਤੇ ਉਹਦੀ ਵਾਈਫ ਦੀ ਮਰਜ਼ੀ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ। ਪੰਜਾਬ ਮਾਡਲ ਬਹੁਤ ਵੱਡੀ ਗੱਲ ਹੈ। ਪੰਜਾਬ ਮਾਡਲ ਸੈੱਟ ਕਰਨਾ ਸਿੱਧੂ ਸਾਹਿਬ ਦੇ ਵੱਸ 'ਚ ਨਹੀਂ ਹੈਗਾ। 2 ਸਾਲ 2017 ਤੋਂ 2019 ਤੱਕ ਸਿੱਧੂ ਸਾਹਿਬ ਬਹੁਤ ਪਾਵਰਫੁਲ ਤੇ ਸਟਰੋਂਗ ਮਿਨਿਸਟਰ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦੇ। ਉਹਨਾਂ ਕੋਲ ਡਿਪਾਰਟਮੈਂਟ ਸੀਗਾ ਲੋਕਲ ਬਾਡੀ, ਠੀਕ ਹੈ ਜੀ। ਮੈਂ ਨਾ ਬਾਕੀ ਪੰਜਾਬ 'ਚ ਉਹਨਾਂ ਦੀ ਨਹੀਂ ਚੱਲਦੀ ਹੋਊਗੀ, ਲੋਕਲ ਬਾਡੀ ਡਿਪਾਰਟਮੈਂਟ ਤੇ ਉੱਤੇ ਤੇ ਇੱਕ ਮੁਸ਼ਤ ਉਹਨਾਂ ਦਾ ਰਾਜ ਸੀ ਨਾ। ਤੇ ਉਹ 2 ਸਾਲਾਂ 'ਚ ਆਪਣਾ ਹੀ ਉਹਨਾਂ ਦਾ ਹਲਕਾ ਦੇਖ ਲਓ ਵੀ ਉਹਨੂੰ ਮਾਡਲ ਬਣਾ ਦਿੰਦੇ, ਉੱਥੇ ਹੀ ਕੋਈ ਮਤਲਬ 4 ਮਸਾਲਾ ਸੈੱਟ ਕਰ ਦਿੰਦੇ ਵੀ ਯਾਰ ਸਿੱਧੂ ਸਾਹਿਬ ਨੇ ਆਹ ਕਰਾ ਦਿੱਤਾ। ਇਹ ਕਹਿਣੀ ਤੇ ਕਥਨੀ 'ਚ ਬਹੁਤ ਜ਼ਿਆਦਾ ਫਰਕ ਹੈ। ਹੁਣ ਸਿੱਧੂ ਸਾਹਿਬ ਦੀਆਂ ਜਿੰਨੀਆਂ ਘੀਸੀਆਂ ਹੋ ਰਹੀਆਂ ਨੇ, ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਵੀ ਜ਼ਿੰਦਗੀ ਦਾ ਇਹਨਾਂ ਦਾ ਪੜਾਅ ਹੋਊਗਾ। ਜ਼ਿੰਦਗੀ ਬਦਲਦੀ ਹੈ ਨਾ, ਜਦੋਂ ਤੁਹਾਡੀ ਸੋਚ ਬਦਲਦੀ ਹੈ, ਕਿ ਹੁਣ ਹੀ ਸ਼ਾਇਦ ਇਹਨਾਂ ਨੂੰ ਅਕਲ ਆ ਜਾਏ ਕਿ ਪਬਲਿਕ ਦੀ ਕੀ ਵੈਲਿਊ ਹੈ। ਯਾਰ ਤੁਸੀਂ ਉਹਨਾਂ 2 ਸਾਲਾਂ 'ਚ ਆਪਣੀ ਜਿਹੜਾ ਹਲਕਾ ਸੀਗਾ ਉਹਨੂੰ, ਵੈਸੇ ਤੇ ਚਾਹੀਦਾ ਸੀ ਤੁਸੀਂ ਸਾਰੇ ਸ਼ਹਿਰ ਨੂੰ, ਅੰਮ੍ਰਿਤਸਰ ਸ਼ਹਿਰ ਦੀ ਤਰੱਕੀ ਕਰਦੇ, ਸ਼ਹਿਰ 'ਚ ਕੋਈ ਚੰਗੇ ਪ੍ਰੋਜੈਕਟ ਲਿਆਉਂਦੇ, ਸ਼ਹਿਰ ਵਾਸੀਆਂ ਦੀ ਕੋਈ ਤਰੱਕੀ ਕਰਦੇ। ਉਹ ਤੇ ਛੱਡੋ, ਤੁਹਾਡੇ ਕੋਲੋਂ ਤੇ ਸਿਰਫ ਮਹਿਜ ਤੁਹਾਡਾ ਹਲਕਾ ਨਹੀਂ ਸੈੱਟ ਹੋਇਆ ਬਤੌਰ ਲੋਕਲ ਬਾਡੀ ਮਿਨਿਸਟਰ। ਕੋਈ ਫੰਡ ਦੀ ਕਮੀ ਤਾਂ ਨਹੀਂ ਸੀ, ਕੋਈ ਅਫਸਰਾਂ ਦੀ ਕਮੀ ਤਾਂ ਨਹੀਂ ਸੀ, ਕੋਈ ਕੰਮ ਕਰਨ ਵਾਲਿਆਂ ਦੀ ਕਮੀ ਤਾਂ ਨਹੀਂ ਸੀ, ਉਹ ਨਹੀਂ ਤੁਹਾਡੇ ਕੋਲੋਂ ਸੈੱਟ ਹੋਇਆ। ਤੇ ਕਿਹੜੇ ਮਾਡਲ ਦੀਆਂ ਗੱਲਾਂ ਸਿੱਧੂ ਸਾਹਿਬ ਤੁਸੀਂ ਕਰਦੇ ਹੋ? ਤੁਸੀਂ ਮੈਨੀਫੈਸਟੋ ਦੀ ਵੀ ਗੱਲ ਹੁਣ ਵੀ ਕਰ ਰਹੇ ਸੀ, ਅਕਸਰ ਕਰਦੇ ਆਏ ਹੋ ਕਿ ਕਿਸੇ ਦੇ ਮੈਨੀਫੈਸਟੋ ਤੁਹਾਨੂੰ ਦਮ ਨਹੀਂ ਲੱਗਾ। ਜਿਹੜਾ ਹੁਣੇ ਰੀਸੈਂਟਲੀ ਮੈਨੀਫੈਸਟੋ ਆਇਆ ਬੀਜੇਪੀ ਦਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ, ਉਸ ਮੈਨੀਫੈਸਟੋ ਦਾ ਪੜ੍ਹ ਕੇ ਕਿਵੇਂ ਲੱਗਿਆ ਤੁਹਾਨੂੰ? ਲੱਗਦਾ ਕਿ ਉਹ 'ਚ ਗੱਲ, ਜਿਵੇਂ ਉਹ ਨਾਮ ਦੇ ਰਹੇ ਨੇ ਸੰਕਲਪ ਨੇ, ਐਨਡੀਏ ਦੇ ਸੰਕਲਪ ਨੇ, 11 ਸੰਕਲਪ ਨੇ, ਇਹ ਨੇ ਉਹ ਨੇ? ਦੇਖੋ ਭਾਜੀ, ਮੈਂ ਨਾ ਇੱਕ ਚੀਜ਼ ਪਹਿਲਾਂ ਵੀ ਕਹੀ ਕਿ ਜਦੋਂ ਨਰਿੰਦਰ ਮੋਦੀ ਇੱਥੇ ਆਏ ਸੀਗੇ, ਕਿ ਸਾਨੂੰ ਜੋ ਵੀ ਉਹ ਦੇਣ ਆਇਆ ਸੀਗਾ ਉਹਦੇ ਕੋਲ ਲੈ ਲੈਣਾ ਚਾਹੀਦਾ ਸੀਗਾ। ਕਾਹਦੇ ਫੋਕੀ ਮਤਲਬ ਅਸੀਂ ਆਕੜ ਵਿਖਾਉਨੇ ਆ? ਉਹ ਕੁਝ ਦੇ ਜਾਂਦਾ, ਕੁਝ ਐਲਾਨ ਕਰ ਜਾਂਦਾ, ਉਸ ਤੋਂ ਬਾਅਦ ਅਸੀਂ ਉਹਦਾ ਜਿੰਨਾ ਮਰਜ਼ੀ ਵਿਰੋਧ ਕਰਦੇ ਰਹਿੰਦੇ। ਜੇ ਸੀਐਮ ਚੰਨੀ ਵੀ ਮਤਲਬ ਚੰਗੇ ਹੁੰਦੇ ਤੇ ਉਹ ਲੰਬੀ ਚੌੜੀ ਇੱਕ ਡਿਟੇਲ ਲੈ ਕੇ ਤੇ ਉਸੇ ਸਟੇਜ ਦੇ ਉੱਤੇ ਪੜ੍ਹ ਕੇ ਮੋਦੀ ਸਾਹਿਬ ਦੇ ਸਾਹਮਣੇ ਸੁਣਾਉਂਦੇ ਵੀ ਆਹ ਚੀਜ਼ਾਂ ਪੰਜਾਬ ਦੀਆਂ ਨੇ। ਉਹ ਨਹੀਂ ਕਰਦਾ ਤੇ ਉਹਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਹੁੰਦੀ। ਜੇ ਉਹ ਕਰਦਾ ਤੇ ਸਾਡੀ ਸਟੇਟ ਨੂੰ ਕੁਝ ਮਿਲਦਾ। ਤੁਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨੇ ਆਪਣੇ ਆਪ 'ਚ ਸਾਜ਼ਿਸ਼ ਕੀਤੀ, ਉਹਦੇ 'ਚ ਪੰਜਾਬ ਦਾ ਨੁਕਸਾਨ ਕਿੱਡਾ ਵੱਡਾ ਹੋਇਆ। ਦੂਜੀ ਚੀਜ਼ ਮੈਂ ਕਹਿੰਦਾ ਕਿ ਜੇ ਅਕਾਲੀ ਆ ਜਾਣ, ਜੇ ਕਾਂਗਰਸ ਆ ਜੇ, ਇਹਨਾਂ ਨੂੰ ਤੁਸੀਂ ਵੇਖਿਆ ਪਰਖਿਆ, ਇਹ ਜੇ ਰੈਵਨਿਊ ਜਨਰੇਟ ਕਰਦੇ ਨੇ ਤੇ ਆਪਣੇ ਘਰਾਂ ਲਈ ਕਰਦੇ ਨੇ। ਆਮ ਵਾਲੇ ਆਉਣਗੇ ਉਹਨਾਂ ਨੂੰ ਕਰਨਾ ਪੈਣਾ। ਬੀਜੇਪੀ ਕੋਲ ਫੁੱਲ ਤਾਕਤ ਹੈ, ਉਹ ਜੋ ਕੁਝ ਵੀ ਉਹਨਾਂ ਦੇ ਮੈਨੀਫੈਸਟੋ 'ਚ ਹੈ, ਸਰਕਾਰ ਨਹੀਂ ਵੀ ਆਉਂਦੀ ਤੇ ਉਹ ਦੇ ਸਕਦੇ ਨੇ। ਉਹੀ ਪੰਜਾਬ ਤੇ ਤਰਸ ਖਾ ਲੈਣ, ਮਤਲਬ ਸਰਕਾਰ ਆਵੇ ਨਾ ਆਵੇ। ਉਹ ਐਡੀ ਵੱਡੀ ਮਤਲਬ ਆਰਗੇਨਾਈਜੇਸ਼ਨ ਹੈ, ਸਰਕਾਰ ਉਹਨਾਂ ਦੇ ਹੱਥ 'ਚ ਹੈ। ਉਹਨਾਂ ਵਾਸਤੇ ਤੇ ਕੁਝ ਵੀ ਸੰਭਵ ਹੈ, ਪਰ ਕੁਝ ਕਰਕੇ ਵਿਖਾਉਣਾ ਚਾਹੀਦਾ। ਪੰਜਾਬ ਮੈਂ ਫਿਰ ਕਹਿੰਦਾ ਵੈਂਟੀਲੇਟਰ ਤੇ ਹੈ, ਕੋਈ ਕਾਰੋਬਾਰ ਨਹੀਂ, ਕੋਈ ਇੰਡਸਟਰੀ ਨਹੀਂ, ਕੋਈ ਬੰਦਾ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਕਿ ਕਿਸੇ ਨੇ ਕੋਈ ਇੰਡਸਟਰੀ ਲਾਉਣੀ ਹੈ 500-600 ਕਰੋੜ ਦੀ। ਮੇਰੇ ਵਰਗਾ ਐਮਐਲਏ ਆ, ਉਹ ਬੰਦੇ ਦੀਆਂ ਘੀਸੀਆਂ ਪਟਵਾਰੀਆਂ ਤੱਕ ਹੀ ਉਹ ਕਰਾ ਦਿੰਦਾ, ਮਤਲਬ ਛੋਟੇ ਛੋਟੇ। ਤੇ ਫਿਰ ਅਸੀਂ ਉਹਦੇ ਵਿੱਚ ਸ਼ੇਅਰ ਪਾਉਨੇ ਆ ਵੀ ਯਾਰ ਸਾਡਾ ਕਿੰਨਾ ਹਿੱਸਾ ਹੋਏਗਾ ਜੇ ਤੂੰ ਬਣਾਉਣਾ, ਜਾਂ ਸਾਨੂੰ ਐਡਵਾਂਸ ਕਿੰਨਾ ਦੇਵੇਂਗਾ। ਕੋਈ ਬੰਦਾ ਤੁਹਾਡੇ ਵੱਡਾ ਜਿਹੜਾ ਵਪਾਰੀ ਉਹ ਪੰਜਾਬ ਵੱਲ ਮੂੰਹ ਕਰਨ ਨੂੰ ਤਿਆਰ ਨਹੀਂ। ਕਿ ਇਹ ਚੀਜ਼ਾਂ ਅਸੀਂ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗਾ, ਮੇਰਾ ਖਿਆਲ ਉੱਥੇ ਬੰਦ ਹੋ ਗਈਆਂ ਤੇ ਘਟ ਗਈਆਂ, ਤੇ ਸਾਡੇ ਇਹ ਸਾਰਾ ਸ਼ੁਰੂ ਹੋ ਚੁੱਕਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ। ਮੈਂ ਬੀਜੇਪੀ ਵਾਲਿਆਂ ਨੂੰ ਬੇਨਤੀ ਕਰਦਾ, ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ, ਕਿ ਸਰਕਾਰ ਆਵੇ ਭਰਾਵਾ ਨਾ ਆਵੇ, ਪੰਜਾਬ ਵਾਸਤੇ ਵਾਕਿਆ ਹੀ ਕੁਝ ਸੋਚੋ। ਇਹਨੂੰ ਇਹ ਬਹੁਤ ਜ਼ਿਆਦਾ ਉੱਜੜ ਗਿਆ। ਇਹਨੂੰ ਬਹੁਤ ਮਤਲਬ ਗੰਦੀਆਂ ਤਾਕਤਾਂ ਜਿਹੜੀਆਂ ਚਲਾ ਰਹੀਆਂ ਨੇ, ਜਿਨ੍ਹਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ। ਦੂਜਾ, ਮੈਂ ਤੁਹਾਡੇ ਕੋਲੋਂ ਵੀ ਕੀ ਆਸ ਕਰਾਂ ਬੀਜੇਪੀ ਵਾਲਿਆਂ ਕੋਲੋਂ? ਕੈਪਟਨ ਅਮਰਿੰਦਰ ਸਿੰਘ ਦੀ ਕਾਲੀਆਂ ਜਿੰਨੀ ਨੈਗੇਟਿਵਿਟੀ ਸੀ, ਕਾਂਗਰਸ ਉਹਦੀ ਬੇਇੱਜ਼ਤੀ ਕਰਕੇ ਲਾ ਰਹੀ ਹੈ।
ਵੀ ਤੂੰ ਆਹ ਕੰਮ ਨਹੀਂ ਕੀਤੇ, ਤੇ ਉਹਨੂੰ ਲਾ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਚੋਰ ਸਾਰੇ ਹੀ ਸੀਗੇ ਉਹਦੇ ਨਾਲ, ਸੱਚਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਤੁਸੀਂ ਉਹਨੂੰ ਸਿਰ ਦੇ ਉੱਤੇ ਬਿਠਾ ਲਿਆ। ਮਤਲਬ ਵੀ ਫਿਰ ਕੀ ਤੁਹਾਡਾ ਅਲਾਈਅੰਸ ਕਹਿੰਦਾ, ਕਿੱਦਾਂ ਤੁਸੀਂ ਮਤਲਬ ਇੱਕ ਸੁਹਿਰਦ ਸਰਕਾਰ ਜੇ ਕੱਲ ਨੂੰ ਆਉਂਦੇ ਵੀ ਤਾਂ ਦੇ ਸਕਦੇ ਹੋ? ਕੀ ਤੁਹਾਡੀ ਪੰਜਾਬ ਦੇ ਪ੍ਰਤੀ ਸੋਚ ਚੰਗੀ ਹੈ? ਕੀ ਤੁਹਾਡੇ ਪ੍ਰਤੀ ਐਡੀ ਵੱਡੀ ਪਾਰਟੀ ਸੀਗੀ, ਤੁਹਾਨੂੰ ਇਹ ਸੋਚਣਾ ਚਾਹੀਦਾ ਸੀਗਾ। ਤੁਸੀਂ ਮਤਲਬ ਤੁਹਾਡੇ ਕੋਲ ਦੇਸ਼ ਭਰ ਦੀਆਂ ਏਜੰਸੀਜ਼ ਨੇ ਜਿਹੜੀਆਂ ਸਰਵੇ ਕਰਕੇ ਲੋਕਾਂ ਦਾ ਮਾਈਂਡ ਤੁਹਾਨੂੰ ਦੱਸ ਸਕਦੀਆਂ ਨੇ ਕੀ ਨੇ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕੀ ਮਾਰਕਾ ਤੁਸੀਂ ਮਾਰ ਲਿਆ ਯਾਰ। ਮਤਲਬ ਅੱਡ ਤੁਸੀਂ ਇਲੈਕਸ਼ਨ ਲੜੋ ਤੇ ਮੇਰਾ ਖਿਆਲ ਆ ਲੋਕ ਤੁਹਾਡੀ ਜ਼ਿਆਦਾ ਇੱਜ਼ਤ ਕਰਨਗੇ। ਲੋਕ ਤੁਹਾਨੂੰ ਮਤਲਬ ਜਿਹੜਾ ਬੰਦਾ ਹੈ ਹੀ ਦਾਗੀ ਹੈ, ਜਿਹਨੇ 5 ਸਾਲ ਅੱਖਾਂ ਹੀ ਮੀਟ ਛੱਡੀਆਂ ਸਟੇਟ ਦੀ ਚੋਰੀ ਹੁੰਦੇ ਆ, ਜਿਹੜਾ ਉਹਦਾ ਫਰਜ਼ ਸੀਗਾ, ਔਰ ਮੂੰਹੋਂ ਮੰਨ ਰਿਹਾ ਕਿ ਮੇਰੇ ਮੰਤਰੀਆਂ ਐਮਐਲਏ ਨੇ ਚੋਰੀ ਕੀਤੀ ਹੈ, ਉਸ ਤੋਂ ਬਾਅਦ ਵੀ ਤੁਸੀਂ ਉਹਨੂੰ ਮਾਨ ਸਨਮਾਨ ਦਿਓ। ਤੇ ਮੈਨੂੰ ਤੁਹਾਡੀ ਵੀ ਕੋਈ ਸੋਚ ਪੰਜਾਬ ਪ੍ਰਤੀ ਬਹੁਤੀ ਵਧੀਆ ਨਹੀਂ ਲੱਗਦੀ। ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਰੈਲੀ ਦਾ ਜ਼ਿਕਰ ਕੀਤਾ, ਹੁਣ ਫੇਰ ਆ ਰਹੇ ਨੇ 3 ਰੈਲੀਆਂ ਨੇ ਜਲੰਧਰ, ਪਠਾਨਕੋਟ ਤੇ ਅਬੋਹਰ। ਇਹਨਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਹੈ ਕਿ ਇਹਨਾਂ ਰੈਲੀਆਂ ਦਾ ਕਿਸ ਤਰ੍ਹਾਂ ਨਾਲ ਇੰਪੈਕਟ ਪਊਗਾ, ਪੰਜਾਬ ਦਾ ਕੋਈ ਭਲਾ ਹੋ ਸਕਦਾ, ਜਾਂ ਜਿਹੜਾ ਬੀਜੇਪੀ ਦੇ ਚੋਣ ਪ੍ਰਚਾਰ ਦੇ ਵਿੱਚ ਕਿੰਨੀ ਕੁ ਬੂਸਟ ਆ ਸਕਦੀ ਹੈ? ਦੇਖੋ, ਜਿਹੜਾ ਕੋਈ ਪੜ੍ਹਿਆ ਲਿਖਿਆ ਬੰਦਾ ਹੋਊਗਾ ਉਹ ਚੋਣ ਮੈਨੀਫੈਸਟੋ ਨੂੰ ਚੰਗੀ ਤਰ੍ਹਾਂ ਸਮਝਦਾ। ਉਸ ਤੋਂ ਬਾਅਦ ਉਹ ਪੂਰਾ ਕਰ ਸਕਦੇ ਆ ਨਹੀਂ ਕਰ ਸਕਦਾ, ਕਿਸੇ ਬੱਚੇ ਨੂੰ ਤੇ ਮਤਲਬ ਦੱਸ ਨਹੀਂ ਰਹੇ। ਬਹੁਤ ਘੱਟ ਲੋਕ ਨੇ ਜਿਹੜੇ ਮੈਨੀਫੈਸਟੋ ਦੇ ਉੱਤੇ ਸੋਰਸ ਦੇਖਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਦੇਖਣਗੇ ਪੂਰਾ ਕਿਸ ਤਰ੍ਹਾਂ ਹੋ ਸਕਦਾ। ਉਹ ਜੋ ਵੀ ਲੈ ਕੇ ਆ ਰਹੇ ਨੇ, ਮੇਰਾ ਮੰਨਣਾ ਹੈ ਕਿ ਜੋ ਚੰਗਾ ਲੈ ਕੇ ਆਉਣਗੇ ਨਾਲ ਉਹਦਾ ਸੋਰਸ ਦੱਸਣਗੇ। ਉਹਨਾਂ ਨੂੰ ਸੋਰਸ ਵੈਸੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਹ ਵੈਸੇ ਸਿੱਧਾ ਹੀ ਦੇ ਸਕਦੇ ਨੇ, ਇੰਨੇ ਥਾਂ ਉਹਨਾਂ ਕੋਲ ਦੇਸ਼ ਦੇ ਫੰਡ ਨੇ। ਤੇ ਜੇ ਤੇ ਉਹ ਸਹੀ ਤਰੀਕੇ ਨਾਲ ਤੇ ਕੰਮ ਕਰਨਾ ਚਾਹਣਗੇ ਤੇ ਮੇਰਾ ਖਿਆਲ ਪੰਜਾਬੀ ਉਹਨਾਂ ਨੂੰ ਗੱਲ ਨਾਲ ਵੀ ਲਾਉਣਗੇ ਜੀ। ਮੰਨਾ ਜੀ, ਆਖਰੀ ਸਵਾਲ ਮੈਂ ਕਰੂੰਗਾ, ਕਿਉਂਕਿ ਤੁਸੀਂ ਜਿਹੜੀਆਂ ਪ੍ਰੈਡਿਕਸ਼ਨ ਕਰਦੇ ਹੋ ਬਹੁਤ ਵਾਰ ਦੇਖਿਆ ਜਾਂਦਾ ਕਿ ਉਹ ਸੱਚੀਆਂ ਹੁੰਦੀਆਂ ਨੇ। ਸੋ ਜਿਹੜਾ ਹੁਣ ਦਾ ਮਾਹੌਲ ਆ, ਚੋਣਾਂ ਆ ਰਹੀਆਂ ਨੇ, ਜੋ ਤੁਸੀਂ ਸਟੱਡੀ ਕਰ ਰਹੇ ਹੋ, ਜੋ ਕੁਝ ਵੀ ਚੱਲ ਰਿਹਾ, ਇਹਦੇ ਬਾਰੇ ਕੀ ਪ੍ਰੈਡਿਕਟ ਕਰੋਗੇ ਜਦੋਂ ਰਿਜ਼ਲਟਸ ਆਉਣਗੇ? ਕਿਸੇ ਦੀ ਮੈਜੋਰਿਟੀ ਆਊਗੀ? ਕੀ ਲੱਗਦਾ ਕਿਵੇਂ ਦੇ ਜਿਹੜੇ ਰਿਜ਼ਲਟਸ ਆਉਣਗੇ ਇਸ ਵਾਰ? ਮੈਂ ਦੇਖੋ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਚੋਂ ਭਜਾ ਦੇਗਾ, ਉਹਨੇ ਭਜਾਇਆ। ਦੂਜਾ ਮੈਂ ਵੀ ਕਿਹਾ ਸੀ ਸਿੱਧੂ ਸਾਹਿਬ ਜਿਨ੍ਹਾਂ ਦੇ ਸਿਰ ਤੇ ਛਾਲਾ ਮਾਰ ਰਹੇ ਹੋ ਨਾ, ਜਿਹੜੀ ਆ ਮਾਝਾ ਐਕਸਪ੍ਰੈਸ ਤੇ ਦੂਜੇ ਤੀਜੇ ਨੇ, ਇਹ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਦਾਂ ਹੀ ਸਹੁੰਆਂ ਖਾਧੀਆਂ ਸੀ ਉਹਨਾਂ, ਤੇ 13 ਅਸ਼ਰ ਵੀ ਉਹੀ ਕਰਨਗੇ, ਵੀ ਔਨ ਰਿਕਾਰਡ ਹੈ ਮੇਰੇ ਬੋਲਿਆ। ਤੇ ਅੱਜ 13 ਅਸ਼ਰ ਵੀ ਉਹਨਾਂ ਇਹ ਕਰ ਦਿੱਤਾ। ਮਤਲਬ ਇਹ ਲੋਕ ਉਹ ਨੇ ਕਿ ਜਿਨ੍ਹਾਂ ਨੂੰ ਸਿਰਫ ਪੈਸੇ ਨਾਲ, ਆਪਣੀ ਤਾਕਤ ਨਾਲ ਤੇ ਆਪਣੇ ਲਾਲਚ ਨਾਲ ਮਤਲਬ ਹੈ, ਸਕੇ ਕਿਸੇ ਦੇ ਵੀ ਨਹੀਂ ਹੈਗੇ। ਹੁਣ ਤੀਜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਰੀ ਦੁਨੀਆ ਕਹਿ ਰਹੀ ਹੈ ਕਿ ਹੰਗ ਅਸੈਂਬਲੀ ਆਊਗੀ। ਅੱਜ ਦੀ ਤਰੀਕ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਆਮ ਆਦਮੀ ਪ੍ਰਤੀ ਝੁਕਾਅ ਜ਼ਿਆਦਾ ਹੈ। ਕਾਰਨ ਕੀ ਹੈ ਕਿ ਲੋਕ ਦੋਵਾਂ ਤੋਂ ਪਰੇਸ਼ਾਨ ਨੇ। ਬੀਜੇਪੀ ਇਸ ਕਪੈਸਿਟੀ 'ਚ ਨਜ਼ਰ ਨਹੀਂ ਆਉਂਦੀ, ਕਿਉਂਕਿ ਆ ਕਿਸਾਨਾਂ ਵਾਲਾ ਮੁੱਦਾ ਵੀ ਹੁਣ ਹੱਲ ਹੋਇਆ ਤੇ ਐਡੀ ਛੇਤੀ ਉਹਨਾਂ ਨੂੰ ਪੈਰ ਜਮਾਏ ਨਹੀਂ ਜਾ ਸਕਦੇ, ਔਰ ਲੱਗਦਾ ਹੈ ਕਿ ਸਰਕਾਰ ਨਹੀਂ ਬਣੇਗੀ, ਔਰ ਉਹਨਾਂ ਦੀ ਸਰਕਾਰ ਬਣਦੀ ਨਜ਼ਰ ਆਉਂਦੀ ਹੈ। ਪਰ ਬੀਜੇਪੀ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗੀ। ਵੱਡੀ ਪਾਰਟੀ ਹੈ ਨਾ, ਇੱਥੇ ਹੋਣਾ ਕੀ ਹੈ। ਸੰਯੁਕਤ ਸਮਾਜ ਮੋਰਚਾ ਦਾ ਵੀ ਨਾਲ ਦੱਸ ਦਿਓ, ਉਹਨਾਂ ਦਾ ਕਿੰਨਾ ਕੁ ਵਜੂਦ ਦੇਖਦੇ ਹੋ? ਮੈਂ ਉਹ ਵੀ ਤਾਂ ਆ ਰਿਹਾ ਜੀ। ਮੈਨੂੰ ਇਹ ਲੱਗਦਾ ਕਿ ਬੀਜੇਪੀ ਆਮ ਆਦਮੀ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ। ਉਹ ਚਾਹੇਗੀ ਕਿ ਹੰਗ ਅਸੈਂਬਲੀ ਬਣੇ, ਹੰਗ ਅਸੈਂਬਲੀ 'ਚ ਬੀਜੇਪੀ ਕੋਲ ਤਾਕਤ ਰਹੇਗੀ, ਔਰ ਉਸ ਤਾਕਤ ਦੇ ਦੌਰਾਨ ਪੰਜਾਬ ਨੂੰ ਕੋਈ ਸੈਂਪਲ, ਮਤਲਬ ਜਿੱਦਾਂ ਮਠਿਆਈ ਵੇਚਣੀ ਹੋਵੇ ਤੇ ਬਾਹਰ ਸ਼ੋਰੂਮ ਦੇ ਵਰਕ ਲਾ ਕੇ ਰੱਖੀ ਦੀ ਹੈ ਨਾ, ਉਸ ਤਰੀਕੇ ਪੰਜਾਬੀਆਂ ਨੂੰ ਕੋਈ ਕੰਮ ਚਾਰ ਉਸ ਰਾਸ਼ਟਰਪਤੀ ਰਾਜ ਦੇ ਵਿੱਚ ਕਰਕੇ ਵਿਖਾਏਗੀ, ਜਿਹੜੇ ਹੋ ਸਕਦਾ ਪੰਜਾਬ ਵਾਸਤੇ ਚੰਗੇ ਵੀ ਹੋਣ, ਔਰ ਉਹ ਦੁਬਾਰਾ ਜਦੋਂ ਇਲੈਕਸ਼ਨ ਹੋਏਗੀ ਤੇ ਉਹ ਚੰਗੀ ਪੋਜੀਸ਼ਨ 'ਚ ਆਉਣਗੇ। ਦੂਜੀ ਚੀਜ਼, ਉਹਨੂੰ ਰੋਕਣ ਦੀ ਕੋਸ਼ਿਸ਼ ਕਿੱਦਾਂ ਕਰੇਗੀ, ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਪਿਛਲੀ ਵਾਰੀ ਵੀ ਇਦਾਂ ਹੋਇਆ ਸੀ। ਮੰਨ ਲਓ ਤੁਸੀਂ ਆਮ ਆਦਮੀ ਦੇ ਕੈਂਡੀਡੇਟ ਹੋ, ਮੈਂ ਕਾਂਗਰਸ ਦਾ ਕੈਂਡੀਡੇਟ ਹਾਂ, ਤੁਹਾਡਾ ਮੇਰਾ ਮਾਰਜਨ ਹੈਗਾ 2-4 ਹਜ਼ਾਰ ਦਾ, ਤੇ ਅਕਾਲੀ ਤੇ ਬੀਜੇਪੀ ਰਲ ਕੇ ਮੈਨੂੰ ਵੋਟਾਂ ਪਾ ਦੇਣਗੇ। ਇੱਥੇ ਤੁਹਾਡਾ ਮੁਕਾਬਲਾ ਅਕਾਲੀ ਦਲ ਵਾਲੇ ਕੈਂਡੀਡੇਟ ਨਾਲ ਹੈ, ਉੱਥੇ ਬੀਜੇਪੀ ਤੇ ਕਾਂਗਰਸ ਰਲ ਕੇ ਵੋਟਾਂ ਪਾ ਦੇਣਗੇ। ਮਤਲਬ ਇਹੋ ਜੀ ਸਿਆਸਤ ਹੈ, ਸਾਰਾ ਕੁਝ ਕਰਨਗੇ। ਉਹ ਬਾਬੇ ਨੂੰ ਵੀ ਜਿਹੜੀ ਉਹ ਪਰੋਲ ਮਿਲ ਗਈ, ਮੈਂ ਕੋਰਟ ਦੇ ਫੈਸਲੇ ਦੇ ਉੱਤੇ ਕੁਝ ਨਹੀਂ ਕਹਿੰਦਾ, ਪਰ ਬੈਨੀਫਿਟ ਤੇ ਉਹ ਬੀਜੇਪੀ ਨੂੰ ਹੋਊਗਾ, ਉਹਦੀ ਮਰਜ਼ੀ ਨਾਲ ਉਹ ਵੋਟ ਭੁਗਤੂਗੀ। ਇਸ ਤਰੀਕੇ ਕੀਤਾ ਜਾ ਰਿਹਾ। ਔਰ ਜਿਹੜਾ ਕਿਸਾਨਾਂ ਨੇ ਸਟੈਪ ਚੁੱਕਿਆ, ਮੈਨੂੰ ਲੱਗਦਾ, ਮੇਰੇ ਮੰਨਣ 'ਚ ਆਉਂਦਾ, ਸ਼ਾਇਦ ਮੈਨੂੰ ਗਾਲਾਂ ਹੀ ਕੱਢਣਗੇ, ਸੀਟ ਆਉਂਦੀ ਤੇ ਨਜ਼ਰ ਨਹੀਂ ਆਉਂਦੀ ਕੋਈ, ਠੀਕ ਹੈ ਨਾ, ਵੀ ਬਹੁਤ ਜੇ ਬੰਦੇ ਦਾ ਆਪਣਾ ਕਿਰਦਾਰ ਹੋਏਗਾ ਤੇ ਉਹਦੇ ਉੱਤੇ। ਪਰ ਮੈਨੂੰ ਨਹੀਂ ਪਤਾ ਉਹਦਾ ਫਾਇਦਾ ਹੁਣ ਕਿਹਨੂੰ ਇੰਨਾ ਨੁਕਸਾਨ ਪਹੁੰਚਾਉਣਾ ਹੈ ਤੇ ਕਿਹਨੂੰ ਉਹਦਾ ਫਾਇਦਾ ਹੋਣਾ। ਜਿਵੇਂ ਟੌੜਾ ਸਾਹਿਬ ਇੱਕ ਵਾਰੀ ਇਲੈਕਸ਼ਨ ਲੜੀ ਸੀ ਨਾ, ਤੇ 4-4 5-5 ਹਜ਼ਾਰ ਵੋਟਾਂ ਜਿਹੜੀਆਂ ਉਹ ਲੈ ਗਏ ਸੀਗੇ, ਤੇ ਬਾਦਲ ਦਾ ਜਿਹੜਾ ਸਰਕਾਰ ਨਹੀਂ ਸੀ ਬਣੀ। ਔਰ ਮੈਨੂੰ ਜੋ ਨੁਕਸਾਨ ਨਜ਼ਰ ਆਉਂਦਾ ਹੈ ਕਿ ਜੇ ਕਿਸਾਨ ਵੋਟਾਂ ਲੈ ਜਾਣਗੇ ਤੇ ਉਹ ਵੋਟ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਟੁੱਟੇਗੀ। ਹੁਣ ਇਹ ਤੁਸੀਂ ਸਮਝ ਹੀ ਸਕਦੇ ਹੋ ਕਿ ਫਾਇਦਾ ਕਿਹਨੂੰ ਹੋ ਸਕਦਾ, ਕਿਸ ਤਰ੍ਹਾਂ ਹੋ ਸਕਦਾ। ਹਰ ਬੰਦੇ ਨੇ ਆਪਣੀ ਜਿੱਦ ਪਗਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਇਲੈਕਸ਼ਨ ਲੜਨੀ ਹੈ। ਚਾਹੀਦਾ ਤੇ ਇਹ ਸੀਗਾ ਕਿ ਕਲੱਬ ਹੋ ਜਾਂਦੇ, ਇਕੱਠੇ ਹੋ ਜਾਂਦੇ ਕਿਸਾਨ ਵੀ ਆਮ ਆਦਮੀ ਦੇ ਨਾਲ। ਉਹਦੇ ਨਾਲ ਸਾਨੂੰ ਇਹ ਲੱਗਦਾ ਕਿ ਆਮ ਆਦਮੀ ਨੇ ਵੀ ਕੋਈ ਬਹੁਤੇ ਵਧੀਆ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ। ਕੋਈ ਰੇਤਾ ਦਾ ਸਮਗਲਰ ਹੈ, ਕੋਈ ਜਾਲੀ ਨੋਟਾਂ ਵਾਲੇ ਨੇ, ਮਤਲਬ ਪੁਰਾਣੇ ਪਰਚੇ ਚੱਲਦੇ ਨੇ, ਇਹ ਹੈ, ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ। ਤੇ ਉਹਨਾਂ ਦੇ ਉੱਤੇ ਇੱਕ ਕਿਸਾਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ, ਕਿਸਾਨਾਂ ਦਾ ਕੰਟਰੋਲ ਹੁੰਦਾ, ਔਰ ਸਰਕਾਰ ਵਧੀਆ ਤਰੀਕੇ ਨਾਲ ਚੱਲ ਸਕਦੀ ਸੀ। ਮੈਂ ਇੱਕ ਦਿਨ ਅੱਗੇ ਵੀ ਕਿਹਾ ਕਿ ਤੁਸੀਂ ਭਗਵੰਤ ਮਾਨ ਨੂੰ ਚਿਹਰਾ ਦੇ ਦਿੱਤਾ। ਚਲੋ ਮੇਰੀਆਂ ਦੁਆਵਾਂ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਣ,
ਮੇਰਾ ਨਹੀਂ ਖਿਆਲ ਭਗਵੰਤ ਮਾਨ ਹੋਣਾ ਨੂੰ 3 ਮਹੀਨੇ ਵੀ ਰਹਿਣ ਦਿੱਤਾ ਜਾਊਗਾ। ਉਹਦਾ ਕੰਟਰੋਲ ਦਿੱਲੀ ਹੋਊਗਾ ਔਰ ਇੱਕਦਮ ਕੇਜਰੀਵਾਲ ਹੋਣਾ ਦੀ ਸਟੇਟਮੈਂਟ ਵੀ ਆ ਜਾਂਦੀ ਕਿ ਅਸੀਂ ਰਲ ਕੇ ਸਰਕਾਰ ਚਲਾਵਾਂਗੇ। ਭਗਵੰਤ ਮਾਨ ਹੁਣ ਉਹਨਾਂ ਐਮਐਲਏਆਂ ਦੇ ਉੱਤੇ ਕੰਟਰੋਲ ਕਿੱਦਾਂ ਕਰ ਪਾਉਂਦੇ ਨੇ ਜਿਹੜੇ ਜਿੱਤਦੇ ਨੇ ਸਰਕਾਰ ਆਉਣ ਤੋਂ ਬਾਅਦ। ਇਹ ਮਤਲਬ ਸਮੇਂ ਦੇ ਗਰਭ ਦੇ ਵਿੱਚ ਨੇ ਇਹ ਗੱਲਾਂ ਸਾਰੀਆਂ। ਪਰ ਪੰਜਾਬ ਨੂੰ ਇੱਕ ਚੰਗੀ ਸਰਕਾਰ ਤੇ ਨਵੇਂ ਬਦਲ ਦੀ ਲੋੜ ਸੀਗੀ, ਚਾਹੇ ਉਹ ਬੀਜੇਪੀ ਦੇ ਰੂਪ 'ਚ ਆਵੇ, ਚਾਹੇ ਉਹ ਆਮ ਆਦਮੀ ਦੇ ਪਾਰਟੀ ਦੇ ਰੂਪ ਦੇ ਵਿੱਚ ਆਵੇ। ਮੇਰੀ ਇੱਕ ਦਿਲੀ ਤਮੰਨਾ, ਮੈਂ ਹਰ ਚੈਨਲ ਦੇ ਉੱਤੇ ਕਹਿੰਦਾ, ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਦਾ, ਸਾਡੇ ਸੂਬੇ 'ਚ ਇਹੋ ਜਿਹੀ ਸਰਕਾਰ ਬਣਨੀ ਚਾਹੀਦੀ ਹੈ ਮਤਲਬ ਸਾਡੀ ਵੈਲਿਊ ਹੀ ਕੋਈ ਨਾ ਰਵੇ, ਮਤਲਬ ਬੋਲਣ ਵਾਲੇ ਬੰਦਿਆਂ ਦੀ ਮਤਲਬ ਕਦਰ ਹੀ ਨਾ ਰਵੇ ਕਿ ਉਹ ਕੰਮ ਹੀ ਚੰਗੇ ਕਰਨ, ਸਾਨੂੰ ਮੌਕਾ ਹੀ ਨਾ ਮਿਲੇ ਬੋਲਣ ਦਾ, ਤੁਹਾਨੂੰ ਵੀ ਥਾਂ ਥਾਂ ਦੇ ਉੱਤੇ ਭੱਜਣਾ ਨਾ ਪਵੇ। ਇਸ ਤਰੀਕੇ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਬਣੇ। ਮੈਂ ਤੇ ਸਰਕਾਰ ਉਹ ਚਾਹੁੰਦਾ ਵਾਂ, ਪਰ ਮੈਨੂੰ ਕਿਤੇ ਉਹ ਨਜ਼ਰ ਆਉਂਦਾ ਨਹੀਂ, ਦੂਰ ਦੂਰ ਤੱਕ ਵੀ ਉਹ ਚੀਜ਼ ਨਜ਼ਰ ਨਹੀਂ ਆ ਰਹੀ। ਮੰਨਾ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ। ਧੰਨਵਾਦ ਜੀ, ਥੈਂਕ ਯੂ ਸੋ ਮੱਚ ਬਾਬੂ ਸ਼ਾਹੀ ਦਾ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ, ਤੁਹਾਡਾ ਵੀ ਭਾਜੀ ਧੰਨਵਾਦ। ਸੋ ਇਹ ਸੀ ਮਨਦੀਪ ਮੰਨਾ, ਜਿਨ੍ਹਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ। ਚੋਣਾਂ ਆਉਣ ਵਾਲੀਆਂ ਨੇ ਤੇ ਭਖਦੇ ਮੁੱਦੇ ਕੀ ਨੇ ਸੂਬੇ ਦੇ, ਤੇ ਕਿਸ ਤਰੀਕੇ ਦੀ ਜਿਹੜੀ ਹੈ ਸਰਕਾਰ ਬਣੂਗੀ ਜਾਂ ਨਹੀਂ ਬਣੂਗੀ, ਕਿਸ ਤਰੀਕੇ ਦੇ ਸਮੀਕਰਨ ਹੈ ਉਹ ਜਿਹੜੇ ਬਣ ਸਕਦੇ ਨੇ। ਸੋ ਖੁੱਲ੍ਹ ਕੇ ਹਰ ਚੀਜ਼ ਦੇ ਉੱਤੇ ਆਪਣਾ ਵਿਊ ਹੈ ਮਨਦੀਪ ਮੰਨਾ ਜੀ ਨੇ ਸਾਂਝਾ ਕੀਤਾ ਹੈ। ਅੰਮ੍ਰਿਤਸਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।